ਧੰਨ ਵਾਹਿਗੁਰੂ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਵਤ ਨਾਨਕ ਹੁਕਮ ਪਛਾਨੈ, ਸੁਖ ਹੋਵੈ ਦਿਨ ਰਾਤੀ। ਜੁਗਹੁ ਜੁਗ ਅਟਲ। ਸ਼ਬਦ ਗੁਰੂ ਬਾਣੀ ਕੇ ਬੋਹਿਤ, ਖੰਡਾਂ ਬ੍ਰਹਮੰਡਾਂ ਦੇ ਮਾਲਕ, ਭਗਤ ਵਛਲ ਦੀਨਾਨਾਥ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਪਾਕ ਹਜ਼ੂਰੀ ਵਿੱਚ ਜੁੜ ਬੈਠੇ ਸਤਸੰਗੀ ਜਨੋ, ਸਤਿਗੁਰਾਂ ਨੇ ਪਾਰ ਕਿਰਪਾ ਕੀਤੀ ਹੈ। ਅਸਥਾਨ 'ਤੇ ਲੜੀਵਾਰ 52 ਅੱਖਰੀ ਬਾਣੀ ਦੀ ਵਿਚਾਰ ਪਿਛਲੇ ਦਿਨਾਂ ਤੋਂ ਆਰੰਭ ਕੀਤੀ ਹੈ। ਵਿਚਾਰ ਅਧੀਨ ਅੱਜ 10ਵੀਂ ਪੌੜੀ ਅਤੇ ਉਸ ਦੇ ਨਾਲ ਜੋ ਸਲੋਕ ਦਰਜ ਹੈ ਉਸ ਦੀ ਵਿਚਾਰ ਕਰਾਂਗੇ। ਸਲੋਕ ਟੂਟੇ ਬੰਧਨ ਜਾਸ ਕੇ, ਹੋਆ ਸਾਧੂ ਸੰਗ, ਜੋ ਰਾਤੇ ਰੰਗ ਏਕ ਕੈ, ਨਾਨਕ ਗੂੜਾ ਰੰਗ। ਪਾਵਨ ਅੰਕ 252 ਦੇ ਉੱਤੇ ਇਹ ਦਰਗਾਹੀ ਇਲਾਹੀ ਬੋਲ ਦਰਜ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਮਨੁੱਖ ਨੂੰ ਉਸਦੇ ਜੀਵਨ ਬਾਰੇ ਪਏ ਬੰਧਨਾਂ ਤੋਂ ਜਾਣੂ ਕਰਾ ਰਹੇ ਹਨ ਔਰ ਦੱਸ ਰਹੇ ਹਨ ਕਿ ਸਤਸੰਗਤ ਦੀ ਬਰਕਤ ਦੇ ਨਾਲ ਜੀਵਨ ਦੇ ਵਿੱਚੋਂ ਜਿਹੜੇ ਮਾਇਆ ਦੇ ਬੰਧਨ ਹਨ ਉਹ ਟੁੱਟ ਜਾਂਦੇ ਹਨ। ਆਓ ਆਪਾਂ ਵੀ ਪਹਿਲਾਂ ਉਹਨਾਂ ਬੰਧਨਾਂ ਤੋਂ ਜਾਣੂ ਹੋਈਏ ਜਿਨ੍ਹਾਂ ਬੰਧਨਾਂ ਵਿੱਚ ਅਸੀਂ ਸਾਰੇ ਵੱਜੇ ਹੋਏ ਹਾਂ, ਜਿਨ੍ਹਾਂ ਤੋਂ ਅਸੀਂ ਮੁਕਤੀ ਚਾਹੁੰਦੇ ਹਾਂ, ਖਲਾਸੀ ਚਾਹੁੰਦੇ ਹਾਂ। ਸੋ ਗੁਰਦੇਵ ਦੇ ਇਹਨਾਂ ਪਾਵਨ ਵਚਨਾਂ ਦਾ ਪਾਠ ਕਰਨ ਤੋਂ ਪਹਿਲਾਂ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨੋਬਿਰਤੀਆਂ ਸਾਰੇ ਇਕਾਗਰ ਕਰੋ ਜੀ। ਇਕਾਗਰਤਾ ਬਖਸ਼ੋ, ਗੁਰੂ ਚਰਨਾਂ ਦੇ ਵਿੱਚ ਧਿਆਨ ਜੋੜੋ, ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਟੂਟੇ ਬੰਧਨ ਜਾਸ ਕੇ, ਹੋਆ ਸਾਧੂ ਸੰਗ, ਜੋ ਰਾਤੇ ਰੰਗ ਏਕ ਕੈ, ਨਾਨਕ ਗੂੜਾ ਰੰਗ। ਪੌੜੀ ਰਾਰਾ ਰੰਗੋ ਯਾ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ। ਰੇ ਰੇ ਦਰਗਹ ਕਹਿ ਨ ਕੋ, ਆਓ ਬੈਠ ਆਦਰ ਸੁਭ ਦੇਉ। ਊਆ ਮਹਿਲੀ ਪਾਵੇਂ ਤੂੰ ਵਾਸਾ, ਜਨਮ ਮਰਨ ਨ ਹੋਏ ਵਿਨਾਸਾ। ਮਸਤਕ ਕਰਮ
ਲਿਖਿਓ ਧੁਰ ਜਾਕੈ। ਹਰ ਸੰਪੈ ਨਾਨਕ ਕਰ ਤਾਕੈ। ਮਸਤਕ ਕਰਮ ਲਿਖਿਓ ਧੁਰ ਜਾਕੈ। ਹਰ ਸੰਪੈ ਨਾਨਕ ਕਰ ਤਾਕੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲੀ ਗੱਲ, ਅਸੀਂ ਸੰਸਾਰ ਦੇ ਵਿੱਚ ਜੋ ਵੀ ਪਸਾਰਾ ਦੇਖ ਰਹੇ ਹਾਂ, ਉਸ ਵਾਹਿਗੁਰੂ ਜੀ ਦੇ ਇਸ ਪਸਰੇ ਹੋਏ ਪਸਾਰੇ ਵਿੱਚੋਂ ਮਨੁੱਖ ਮੁਕਤ ਹੋਣਾ ਚਾਹੁੰਦਾ ਹੈ। ਭਾਵ ਕਿ ਹਰ ਇੱਕ ਮਨੁੱਖ ਦੇ ਅੰਦਰ ਇੱਕ ਮੁਕਤੀ ਦੀ ਲਾਲਸਾ ਹੈ ਕਿ ਮੈਂ ਸੰਸਾਰ ਦੇ ਵਿੱਚ ਆਇਆ ਹਾਂ, ਮੈਨੂੰ ਇਹ ਮਨੁੱਖਾ ਜੀਵਨ ਪ੍ਰਾਪਤ ਹੋਇਆ ਅਤੇ ਮੈਂ ਇਸ ਮਨੁੱਖਾ ਜੀਵਨ ਨੂੰ ਪ੍ਰਾਪਤ ਕਰਕੇ ਮੁਕਤ ਹੋ ਜਾਵਾਂ। ਔਰ ਜਿਹੜੇ ਵੀ ਧਰਮ ਅਸੀਂ ਦੇਖਦੇ ਹਾਂ ਉਹ ਮਰਨ ਮੁਕਤ ਦੀ ਗੱਲ ਕਰਦੇ ਹਨ, ਪਰ ਸਿੱਖੀ ਦੀ ਇਹ ਵੱਖਰੀ ਗੱਲ ਹੈ ਕਿ ਗੁਰੂ ਸਾਹਿਬ ਜੀ ਨੇ ਜੀਵਨ ਮੁਕਤ ਦੀ ਗੱਲ ਕੀਤੀ ਹੈ। ਭਾਵ ਕਿ ਜੀਵਨ ਜਿਉਂਦਿਆਂ ਹੀ ਮੁਕਤੀ, ਇੱਕ ਉਹ ਮੁਕਤੀ ਜਿਹੜੀ ਮਰਨ ਤੋਂ ਬਾਅਦ ਪ੍ਰਾਪਤ ਹੁੰਦੀ ਹੋਵੇ, ਉਹਨੂੰ ਮਰਨ ਮੁਕਤ ਕਹਿੰਦੇ ਹਨ। ਅਤੇ ਉਹ ਮੁਕਤੀ ਦੀ ਲਾਲਸਾ ਲੈ ਕੇ ਸਤਿਗੁਰੂ ਜੀ ਨੇ ਬਾਣੀ 'ਚ ਸਾਨੂੰ ਸਮਝਾਇਆ ਕਿ ਕਿਤਨੇ ਹੀ ਲੋਕ ਧਰਮ ਕਰਮ ਕਰਦੇ ਹਨ। ਇਹ ਉਸ ਮੁਕਤੀ ਲਈ ਅਸੀਂ ਦੇਖਦੇ ਹਾਂ ਤੀਰਥਾਂ ਦੀਆਂ ਯਾਤਰਾ, ਹੋਰ ਧਰਮ ਕਰਮ ਕਰਨੇ, ਵਿਖਾਵੇ ਦੀ ਪਾਠ ਪੂਜਾ ਕਰਨੀ, ਉਹ ਸਭ ਇਸ ਕਰਕੇ ਸੀ ਵੀ ਮੈਂ ਮਰਨ ਤੋਂ ਬਾਅਦ ਮੁਕਤ ਹੋ ਜਾਵਾਂ। ਸਤਿਗੁਰੂ ਜੀ ਨੇ ਦੇਖਿਆ ਕਿ ਸੰਸਾਰ ਦਾ ਹਰ ਇੱਕ ਮਨੁੱਖ ਮਰਨ ਤੋਂ ਬਾਅਦ ਮੁਕਤੀ ਮੰਗ ਰਿਹਾ ਹੈ, ਪਰ ਮਰਨ ਤੋਂ ਬਾਅਦ ਉਸ ਮੁਕਤੀ ਦਾ ਉਸ ਮਨੁੱਖ ਨੂੰ ਕੀ ਲਾਭ ਹੋਵੇਗਾ? ਕਿ ਮਰਨ ਤੋਂ ਬਾਅਦ ਜੇ ਮੁਕਤੀ ਦੇ ਦਿੱਤੀ ਜਾਏ ਤਾਂ ਉਸ ਦਾ ਕੀ ਲਾਭ ਹੋਏਗਾ? ਫਿਰ ਸਤਿਗੁਰੂ ਜੀ ਨੇ ਇੱਕ ਗੱਲ ਸਾਰੇ ਸੰਸਾਰ ਦੇ ਲੋਕਾਂ ਨੂੰ ਸਮਝਾਈ ਕਿ ਪਹਿਲਾਂ ਇਹ ਸਮਝੋ ਕਿ ਜੀਵਨ ਦੇ ਅੰਦਰ ਤੁਹਾਡੇ ਬੰਧਨ ਕਿਹੜੇ ਹਨ, ਜਿਨ੍ਹਾਂ ਬੰਧਨਾਂ ਤੋਂ ਤੁਸੀਂ ਮੁਕਤ ਹੋਣਾ। ਪਤਾ ਤਾਂ ਲੱਗੇ ਸਾਨੂੰ ਵੀ ਸਾਡੇ ਜੀਵਨ ਦੇ ਬੰਧਨ ਕੀ ਹਨ। ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਨਾਲ ਜੁੜਦੇ ਹਾਂ ਅਤੇ ਮਹਾਰਾਜ ਕਹਿੰਦੇ ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ। ਜਿਤਨੇ ਵੀ ਸਾਡੀ ਜ਼ਿੰਦਗੀ ਦੇ ਅੰਦਰ ਔਗੁਣ ਹਨ, ਉਹ ਸਾਰੇ ਹੀ ਸਾਰੇ ਔਗੁਣ ਸਾਡੀ ਜ਼ਿੰਦਗੀ ਵਿੱਚ ਬੰਧਨ ਹਨ। ਔਰ ਯਾਦ ਰੱਖਣਾ, ਉਹਨਾਂ ਔਗੁਣਾਂ ਤੋਂ ਹੀ ਸਿੱਖੀ ਦੀ ਵਿਚਾਰਧਾਰਾ ਕਿ ਅਸੀਂ ਖਲਾਸੀ ਪਾਉਣੀ ਹੈ, ਉਹਨਾਂ ਔਗੁਣਾਂ ਤੋਂ ਹੀ ਅਸੀਂ ਸਾਰਿਆਂ ਨੇ ਮੁਕਤ ਹੋਣਾ। ਹੁਣ ਸਾਡੀ ਜ਼ਿੰਦਗੀ ਵਿੱਚ ਇਹ ਔਗੁਣ ਬੰਧਨ ਕਿਵੇਂ ਬਣਦੇ ਹਨ? ਕਦੇ ਵਿਚਾਰ ਕਰਕੇ ਵੇਖੋ ਕਿ ਮਨੁੱਖ ਕਿਸੇ ਕਰਮ ਦੇ ਖਿਆਲ ਨੂੰ ਪਹਿਲਾਂ ਮਨ ਵਿੱਚ ਲੈ ਕੇ ਆਉਂਦਾ ਹੈ। ਕਈ ਵਾਰੀ ਮਨ ਵਿੱਚ ਸੋਚੇਗਾ ਮੈਂ ਇੱਦਾਂ ਦਾ ਕਰਮ ਕਰ ਲਵਾਂ, ਮੈਂ ਇੱਦਾਂ ਦਾ ਕਰਮ ਕਰ ਲਵਾਂ, ਮੈਂ ਇਹ ਪਾਪ ਕਮਾ ਲਵਾਂ। ਬਾਰ ਬਾਰ ਸੋਚਣ ਦੀ ਉਹ ਪ੍ਰੈਕਟਿਸ ਕਰਦਾ ਹੈ। ਹੌਲੀ ਹੌਲੀ ਉਹ ਕਰਮ ਜੋ ਮਨ ਵਿੱਚ ਸੋਚ ਰਿਹਾ, ਉਸ ਕਰਮ ਨੂੰ ਕਰਨਾ ਆਰੰਭ ਕਰ ਦਿੰਦਾ ਹੈ। ਹੁਣ ਜਦੋਂ ਬਾਰ ਬਾਰ ਇੱਕੋ ਹੀ ਕਰਮ ਬੰਦਾ ਕਰੀ ਜਾਂਦਾ ਹੈ, ਕਰਮ ਕਰ ਕਰਕੇ ਮਨੁੱਖ ਦੀ ਆਦਤ ਬਣ ਜਾਂਦੀ ਹੈ। ਜਿਵੇਂ ਕੋਈ ਮਨੁੱਖ ਬਾਰ ਬਾਰ ਇੱਕ ਕਰਮ ਕਰ ਰਿਹਾ ਕਿ ਝੂਠ ਬੋਲ ਰਿਹਾ ਹੈ, ਰੋਜ਼ ਝੂਠ ਬੋਲੇਗਾ ਅਤੇ ਹੌਲੀ ਹੌਲੀ ਆਦਤ ਬਣ ਜਾਏਗੀ। ਇੱਕ ਪ੍ਰੈਕਟਿਸ ਵਿੱਚ ਗੱਲ ਆ ਗਈ ਨਾ ਵੀ ਹਰ ਗੱਲ ਤੋਂ ਉਸਨੇ ਝੂਠ ਹੀ ਬੋਲਣਾ ਹੈ, ਉਹਨੇ ਸੱਚ ਨਹੀਂ ਬੋਲਣਾ। ਹੁਣ ਜਿਹੜਾ ਬਾਰ ਬਾਰ ਬੰਦਾ ਝੂਠ ਬੋਲਦਾ, ਇੱਕ ਆਦਤ ਬਣ ਗਈ। ਉਸ ਆਦਤ ਨੂੰ ਜਦੋਂ ਉਹ ਪੱਕਾ ਕਰ ਲਏਗਾ ਅਤੇ ਉਹ ਸਾਡੇ ਸੰਸਕਾਰ ਬਣ ਜਾਂਦੇ ਹਨ, ਉਹ ਸਾਡੇ ਭਾਗ ਬਣ ਜਾਂਦੇ ਹਨ।
ਇਹ ਬੜੀ ਕੀਮਤੀ ਗੱਲ ਹੈ ਸਮਝਣ ਵਾਲੀ। ਜਿਹੜੀ ਆਦਤ ਨੂੰ ਅਸੀਂ ਵਾਰ-ਵਾਰ ਪ੍ਰੈਕਟਿਸ ਦਾ ਹਿੱਸਾ ਬਣਾ ਲਿਆ, ਉਹ ਕਰਮ ਵਾਰ-ਵਾਰ ਕਰੀ ਜਾ ਰਹੇ ਹਾਂ, ਉਹਦੇ ਨਾਲ ਸਾਡੇ ਉਹ ਸੰਸਕਾਰ ਬਣ ਗਏ, ਉਹ ਸਾਡੇ ਭਾਗ ਬਣ ਗਏ। ਅਤੇ ਯਾਦ ਕਰਨਾ ਉਹਨਾਂ ਸੰਸਕਾਰਾਂ ਨੂੰ ਜਾਂ ਉਹ ਬਣੇ ਹੋਏ ਜਿਹੜੇ ਭਾਗ ਨੇ ਉਹਨਾਂ ਨੂੰ ਮਿਟਾਉਣਾ ਬਹੁਤ ਔਖਾ ਕੰਮ ਹੈ। ਸੌਖਾ ਸੀ ਕਿ ਜਦੋਂ ਮੈਂ ਕੋਈ ਵਿਚਾਰ, ਕੋਈ ਖਿਆਲ ਮੇਰੇ ਅੰਦਰ ਫੁਰਿਆ ਮਾੜਾ ਕਿ ਮੈਂ ਝੂਠ ਬੋਲਣਾ ਹੈ, ਮੈਂ ਕਿਸੇ ਨੂੰ ਧੋਖਾ ਦੇਣਾ ਹੈ, ਕਿਸੇ ਨਾਲ ਦਗਾ ਕਰਨਾ ਹੈ, ਅਤੇ ਉਸ ਖਿਆਲ ਨੂੰ ਜੇ ਉੱਥੇ ਹੀ ਮੈਂ ਛੱਡ ਦਿੰਦਾ, ਉਹਦੀ ਵਾਰ-ਵਾਰ ਦੁਹਰਾਉਣ ਦੀ ਪ੍ਰੈਕਟਿਸ ਨਾ ਕਰਦਾ, ਅਤੇ ਛੱਡਣਾ ਸੌਖਾ ਸੀ। ਪਰ ਮੈਂ ਵਾਰ-ਵਾਰ ਪ੍ਰੈਕਟਿਸ ਕਰਦਾ ਚਲਾ ਗਿਆ। ਹੌਲੀ ਹੌਲੀ ਦੇਖੋ, ਕੋਈ ਵੀ ਕਰਮ ਆਪਾਂ ਕਰਦੇ ਨਾ, ਉਸ ਕਰਮ ਤੋਂ ਪਹਿਲਾਂ ਡਾਇਰੈਕਟ ਕੋਈ ਕਰਮ ਨਹੀਂ ਹੁੰਦਾ, ਇਹ ਜੀਵਨ 'ਚ ਪੱਕਾ ਕਰ ਲੈਣਾ। ਜਿਤਨੇ ਵੀ ਕਰਮ ਅਸੀਂ ਜ਼ਿੰਦਗੀ 'ਚ ਕੀਤੇ ਨੇ, ਉਹ ਕਰਮ ਪਹਿਲਾਂ ਸਾਡੇ ਮਨ ਵਿੱਚ ਵਿਚਾਰਾਂ ਚੱਲਦੇ ਹਨ। ਪਹਿਲਾਂ ਸਾਡੇ ਮਨ ਵਿੱਚ, ਸਾਡੇ ਵਿਚਾਰਾਂ ਵਿੱਚ ਚੱਲਦੇ ਹਨ। ਭਾਵੇਂ ਠੱਗੀ ਮਾਰਨੀ ਹੈ, ਕਿਸੇ ਦੀ ਚੋਰੀ ਕਰਨੀ ਹੈ, ਕਿਸੇ ਨੂੰ ਲੁੱਟਣਾ ਹੈ। ਕੋਈ ਸਿੱਧਾ ਜਾ ਕੇ ਕਿਸੇ ਨੂੰ ਲੁੱਟ ਨਹੀਂ ਲੈਂਦਾ, ਕੋਈ ਸਿੱਧਾ ਜਾ ਕੇ ਕਿਸੇ ਨੂੰ ਠੱਗ ਨਹੀਂ ਲੈਂਦਾ। ਪਹਿਲਾਂ ਕਿੰਨਾ ਹੀ ਸਮਾਂ ਉਹ ਵਿਚਾਰ ਮਨੁੱਖ ਦੇ ਮਨ ਵਿੱਚ ਚੱਲਦੀ ਰਹਿੰਦੀ ਹੈ, ਮਨ ਵਿੱਚ ਚੱਲਦੀ ਰਹਿੰਦੀ ਹੈ। ਇੱਕ ਦਿਨ ਉਹ ਵਿਚਾਰ ਮਨ ਵਿੱਚ ਚੱਲ ਚੱਲ ਕੇ ਪੱਕੀ ਹੋ ਜਾਂਦੀ ਹੈ, ਵਿਚਾਰ ਅੰਦਰ ਪੱਕ ਗਈ। ਹੁਣ ਜਦੋਂ ਉਹ ਮਨ ਬੰਦੇ ਦਾ ਪੱਕਾ ਹੋ ਗਿਆ, ਮੈਂ ਚੋਰੀ ਕਰਨੀ ਹੀ ਹੈ ਹੁਣ, ਅਤੇ ਉਹ ਚੋਰੀ ਕਰ ਲੈਂਦਾ, ਉਹ ਕਰਮ ਹੋ ਗਿਆ, ਕਿਉਂਕਿ ਚੋਰੀ ਕਰ ਲਈ ਹੈ, ਉਹ ਕਰਮ ਬਣ ਗਿਆ। ਹੁਣ ਬੰਦਾ ਨਿੱਤ ਚੋਰੀ ਕਰੀ ਜਾਵੇ, ਕਰਮ ਕਰੀ ਜਾਏ, ਅਤੇ ਹੌਲੀ ਹੌਲੀ ਉਹ ਕਰਮ ਉਸਦੀ ਆਦਤ ਬਣ ਜਾਂਦੀ ਹੈ। ਉਹ ਆਦਤ ਬਣ ਜਾਏ, ਆਦਤ ਉਸ ਆਦਤ ਦਾ ਧਾਰਨੀ ਹੋ ਜਾਏ, ਵਾਰ-ਵਾਰ ਉਹੀ ਕੰਮ ਕਰੀ ਜਾਏ, ਅਤੇ ਹੌਲੀ ਹੌਲੀ ਉਸਦੇ ਸੰਸਕਾਰ ਬਣ ਜਾਂਦੇ ਹਨ। ਬੰਦੇ ਕੀ ਕਹਿੰਦੇ ਨੇ, ਇਸਦੇ ਸੰਸਕਾਰ ਹੀ ਮਾੜੇ ਹਨ। ਆਪਾਂ ਕਹਿੰਦੇ ਨਾ, ਇਸ ਬੰਦੇ ਦੇ ਸੰਸਕਾਰ ਮਾੜੇ ਹਨ। ਕਿਉਂ ਮਾੜੇ ਹੋ ਗਏ ਸੰਸਕਾਰ? ਕਿਉਂਕਿ ਕੋਈ ਗਲਤ ਕੰਮ ਕਰੀ ਜਾ ਰਿਹਾ, ਕੋਈ ਗਲਤ ਕੰਮ ਕਰੀ ਜਾ ਰਿਹਾ ਹੈ। ਫਿਰ ਅਸੀਂ ਉਸਦੇ ਪਰਿਵਾਰ ਨੂੰ ਵੀ ਕਹਿੰਦੇ ਨੇ, ਇਸਦੇ ਪਰਿਵਾਰ ਦੇ ਵੀ ਸੰਸਕਾਰ ਇੱਦਾਂ ਦੇ ਹੀ ਨੇ, ਇਹ ਸਾਰਾ ਪਰਿਵਾਰ ਇੱਦਾਂ ਦਾ ਹੀ, ਇਹ ਝੂਠ ਬੋਲਦਾ ਹੈ, ਇਹ ਸਾਰਿਆਂ ਨੂੰ ਠੱਗਣ ਵਾਲਾ ਪਰਿਵਾਰ ਹੈ, ਇਹ ਸਾਰਾ ਪਰਿਵਾਰ ਮਾੜਾ ਹੈ, ਇਹਨਾਂ ਦੀ ਆਦਤ ਹੀ ਇੱਦਾਂ ਦੀ ਹੈ। ਭਾਵੇਂ ਕੋਈ ਝਗੜਾਲੂ ਪਰਿਵਾਰ ਹੋਵੇ, ਝਗੜੇ ਕਰਦਾ ਹੋਵੇ, ਭਾਵੇਂ ਕੋਈ ਝੂਠ ਬੋਲਦਾ ਹੋਵੇ, ਭਾਵੇਂ ਕੋਈ ਚੋਰੀਆਂ ਕਰਦਾ ਹੋਵੇ, ਕੋਈ ਠੱਗੀਆਂ ਕਰਦਾ ਹੋਵੇ, ਅਤੇ ਆਪਾਂ ਕਹਿੰਦੇ ਵੀ ਇਸ ਦੇ ਜਿਹੜੀ ਆਦਤ ਹੀ ਇੱਦਾਂ ਦੀ ਹੈ। ਔਰ ਫਿਰ ਕਹਿੰਦੇ ਸੰਸਕਾਰ ਹੀ ਇੱਦਾਂ ਦੇ ਨੇ, ਜਾਂ ਸੰਸਕਾਰ ਇੱਦਾਂ ਦੇ ਸਿਖਾਏ ਗਏ ਨੇ। ਆਪਾਂ ਇਹ ਕਹਿੰਦੇ ਨਾ ਵੀ ਸੰਸਕਾਰ ਹੀ ਇੱਦਾਂ ਦੇ ਪਾ ਦਿੱਤੇ ਗਏ ਨੇ। ਹੁਣ ਸੰਸਕਾਰ ਜਦੋਂ ਪੱਕ ਜਾਂਦਾ, ਉਹਨੂੰ ਮਿਟਾਉਣਾ ਬੜਾ ਮੁਸ਼ਕਿਲ ਹੈ। ਉਸਨੂੰ ਕਿਹਾ, ਬੁੱਲੇ ਸਾ ਆਦਤਾਂ ਨਹੀਂ ਜਾਂਦੀਆਂ, ਭਾਵੇਂ ਕੱਟੀਏ ਪੋਰੀ ਪੋਰੀ। ਜੇ ਆਦਤਾਂ ਬਣ ਜਾਣ ਨਾ, ਸੰਸਕਾਰ ਬਣ ਜਾਣ, ਯਾਦ ਰੱਖਣਾ, ਭਾਵੇਂ ਬੰਦੇ ਨੂੰ ਤੁਸੀਂ ਥੋੜ੍ਹਾ ਥੋੜ੍ਹਾ ਵੜ ਦਿਓ, ਟੋਟੇ ਟੋਟੇ ਕਰ ਦਿਓ, ਪਰ ਉਸਦੀ ਜਿਹੜੀ ਆਦਤ ਹੈ ਉਹ ਨਹੀਂ ਜਾਂਦੀ। ਆਪਣੇ ਸੰਸਕਾਰ ਬੰਦਾ ਨਹੀਂ ਤਿਆਗਦਾ, ਔਰ ਉਹ ਸੰਸਕਾਰ ਹੀ ਮਨੁੱਖ ਦੇ ਕਰਮ ਦਾ ਫਲ ਹੈ। ਜਦੋਂ ਆਪਾਂ ਕਹਿੰਦੇ ਇਹਦੇ ਭਾਗਾਂ ਵਿੱਚ ਹੀ ਇਹ ਲਿਖਿਆ ਸੀ, ਭਾਗਾਂ ਵਿੱਚ ਨਹੀਂ ਇਹ ਲਿਖਿਆ ਸੀ, ਇਸਨੇ ਪਹਿਲਾਂ ਮਨ ਵਿੱਚ ਸੋਚਿਆ, ਵਿਚਾਰ ਚੱਲਦੇ ਰਹੇ, ਵਿਚਾਰ ਚੱਲਦੇ ਰਹੇ, ਉਹ ਵਿਚਾਰਾਂ ਨੂੰ ਕਰਮ ਦਾ ਰੂਪ ਦਿੱਤਾ, ਕਰਮ ਕਰਦਾ ਰਿਹਾ, ਕਰਮ ਕਰਦਾ ਰਿਹਾ, ਉਸਦੀ ਆਦਤ ਬਣ ਗਈ। ਆਦਤ ਬਣ ਕੇ ਜਦੋਂ ਆਦਤ ਦਾ ਧਾਰਨੀ ਹੋ ਗਿਆ, ਫਿਰ ਸੰਸਕਾਰ ਬਣ ਗਏ, ਸੰਸਾਰ ਉਸ ਮਨੁੱਖ ਦੇ ਭਾਗ ਬਣ ਗਏ। ਅਸਲ ਵਿੱਚ ਇਹੀ ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਬੰਧਨ ਹੈ। ਔਰ ਗੁਰਮਤਿ ਕਹਿੰਦੀ ਹੈ ਕਿ ਇਸ ਬੰਧਨ ਤੋਂ ਜਿਉਂਦੇ ਜੀ ਮੁਕਤ ਹੋਣਾ। ਜਿਹੜੇ ਸਾਡੇ ਔਗੁਣ ਨੇ, ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ, ਜਿਤਨੇ ਸਾਡੇ ਸਾਰਿਆਂ ਦੇ ਔਗੁਣ ਨੇ ਨਾ, ਉਹ ਸਾਡੇ ਗਲੇ ਵਿੱਚ ਫਾਈ ਬਣ ਕੇ ਸਾਨੂੰ ਜਿਸ ਪਾਸੇ ਉਹਨਾਂ ਦਾ ਮਨ ਕਰਦਾ ਹੈ, ਉਹ ਔਗੁਣ ਉਸ ਪਾਸੇ ਲੈ ਜਾਂਦੇ ਹਨ। ਦੇਖੋ ਨਾ, ਇੱਕ ਬੰਦਾ ਸ਼ਾਮ ਦਾ ਵਕਤ ਹੋਵੇ, ਉਹਦੇ ਜੀਵਨ ਵਿੱਚ ਔਗੁਣ ਹੈ ਕਿ ਉਹ ਨਸ਼ਾ ਕਰਨ ਲੱਗ ਪਿਆ, ਉਸਨੂੰ ਕੋਈ ਜਿੰਨਾ ਮਰਜ਼ੀ ਆਖੇ ਵੀ ਆ ਚੱਲ ਤੈਨੂੰ ਗੁਰਦੁਆਰੇ ਲੈ ਕੇ ਚੱਲਦੇ ਹਾਂ, ਸਤਸੰਗਤ ਵਿੱਚ ਚੱਲਦੇ ਹਾਂ, ਉਹਨੇ ਸ਼ਰਾਬ ਦੇ ਠੇਕੇ 'ਤੇ ਜਾਣਾ। ਤੁਹਾਡੇ ਕਹਿਣ ਨਾਲ ਉਸਨੇ ਗੁਰਦੁਆਰੇ ਨਹੀਂ ਆਉਣਾ, ਕਿਉਂਕਿ ਆਦਤ ਬਣੀ ਹੋਈ ਹੈ। ਸ਼ਾਮ ਹੋਏਗੀ, ਉਹਦੇ ਮਨ ਦੇ ਅੰਦਰ ਉੱਦਾਂ ਦੀ ਵਿਚਾਰ ਪੈਦਾ ਹੋਏਗੀ, ਅਤੇ ਉਸ ਵਿਚਾਰ ਦੇ ਪਿੱਛੇ ਲੱਗ ਕੇ ਉਸਨੇ ਸ਼ਰਾਬ ਦੇ ਠੇਕੇ 'ਤੇ ਪਹੁੰਚ ਜਾਣਾ।
ਕਿਸੇ ਨੂੰ ਜੀਵ ਦੇ ਚਸਕੇ ਲੱਗੇ ਨੇ, ਉਹਨੂੰ ਕਹੋ ਵੀ ਚੱਲ ਗੁਰਦੁਆਰੇ ਚਲੀਏ, ਗੁਰੂ ਦੀ ਸੰਗਤ ਵਿੱਚ ਬੈਠਾਂਗੇ, ਗੁਰਬਾਣੀ ਨਾਲ ਜੁੜਾਂਗੇ। ਜੀਵ ਦੇ ਚਸਕੇ ਵਾਲਾ, ਜਿੱਥੇ ਜੀਵ ਦੇ ਚਸਕੇ ਪੂਰੇ ਹੁੰਦੇ ਨੇ ਉੱਥੇ ਪਹੁੰਚ ਹੀ ਜਾਂਦਾ ਹੈ, ਕਿਉਂਕਿ ਉਹਨੂੰ ਚਸਕਾ ਲੱਗੇ ਇੱਕ ਵਾਰੀ। ਇਹੀ ਸਾਡੇ ਜੀਵਨ ਦੇ ਪਿਆਰ ਵਾਲਿਓ ਬੰਧਨ ਹਨ। ਹੁਣ ਸਾਨੂੰ ਇਹ ਵਿਚਾਰ ਕਰਨੀ ਹੈ ਕਿ ਉਹ ਜਿਹੜੇ ਬੰਧਨ ਹਨ, ਸਾਨੂੰ ਕਿਹੜਾ ਬੰਧਨ ਹੈ। ਹਰ ਇੱਕ ਨੂੰ ਬੰਧਨ ਅਲੱਗ ਅਲੱਗ ਹੁੰਦੇ ਨੇ, ਹਰ ਇੱਕ ਦੀ ਆਦਤਾਂ ਵੱਖੋ ਵੱਖਰੀਆਂ ਹੁੰਦੀਆਂ, ਹਰ ਇੱਕ ਦੇ ਸੰਸਕਾਰ ਵੱਖੋ ਵੱਖਰੇ ਹੁੰਦੇ ਨੇ, ਹਰ ਇੱਕ ਦੀ ਸੁਸਾਇਟੀ ਵੱਖਰੀ ਹੁੰਦੀ ਹੈ। ਕਿਉਂਕਿ ਜੈਸੀ ਸੰਗਤ ਵਿੱਚੋਂ ਅਸੀਂ ਆਉਂਦੇ ਹਾਂ, ਅਸੀਂ ਵੈਸੇ ਹੀ ਹੋ ਜਾਂਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੈਸਾ ਸੇਵੈ ਤੈਸੋ ਹੋਏ, ਜਿਸ ਤਰ੍ਹਾਂ ਦਾ ਸਿਮਰੇਗਾ ਉੱਦਾਂ ਦਾ ਤੂੰ ਹੋ ਜਾਏਗਾ। ਉਸ ਨੂੰ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਸੀਂ ਸ਼ਬਦ ਪੜ੍ਹਦੇ ਹਾਂ ਨਾ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਗੁਰੂ ਅਮਰਦਾਸ ਮਹਾਰਾਜ ਦੇ ਬਚਨ। ਔਰ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ, ਗੁਰਦੁਆਰੇ ਹੋਏ ਸੋਝੀ ਪਾਏ ਸੀ, ਏਤ ਦੁਆਰੇ ਤੋਹੇ ਹੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੈ ਜਾਏ, ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤੇਹਾ ਹੋਏ ਸੀ। ਵੀ ਜਿੱਦਾਂ ਦੇ ਕਰਮ ਕਰਾਂਗੇ ਉੱਦਾਂ ਦੇ ਬਣ ਜਾਵਾਂਗੇ। ਹੁਣ ਹਰ ਇੱਕ ਨੂੰ ਇਹ ਵਿਚਾਰ ਕਰਨੀ ਬਣਦੀ ਹੈ ਕਿ ਮੇਰੇ ਕਰਮ ਕੀ ਹਨ। ਕੋਈ ਹੋ ਸਕਦਾ ਗੁੱਸਾ ਕਰਦਾ ਹੋਵੇ, ਹੋ ਸਕਦਾ ਕਿਸੇ ਦੇ ਅੰਦਰ ਹਰ ਵੇਲੇ ਕਾਮ ਹੀ ਰਹਿੰਦਾ ਹੋਵੇ, ਹੋ ਸਕਦਾ ਕੋਈ ਹਰ ਵੇਲੇ ਲੋਭੀ ਬਣ ਕੇ ਜ਼ਿੰਦਗੀ ਬਤੀਤ ਕਰਦਾ ਹੋਵੇ, ਹੋ ਸਕਦਾ ਕੋਈ ਹਰ ਵੇਲੇ ਮੂੰਹ ਵਿੱਚ ਹੀ ਫਸਿਆ ਹੋਵੇ, ਹੋ ਸਕਦਾ ਕਿ ਬੰਦਾ ਹਰ ਵੇਲੇ ਹੰਕਾਰ ਵਿੱਚ ਹੀ ਹੈ। ਜੇ 5 ਬੰਦੇ ਖੜੇ ਨੇ ਨਾ, ਤੇ ਜ਼ਰੂਰੀ ਨਹੀਂ ਕਿ 5 ਦੇ ਵਿੱਚੋਂ ਇੱਕ ਚੀਜ਼ ਹਾਵੀ ਹੈ, ਕਿਉਂਕਿ ਇਹ ਤਾਂ ਖੇਡ ਹੀ ਪਰਮਾਤਮਾ ਨੇ ਅਸੀਂ ਪਾਈ ਹੈ। ਹਰ ਆਪੇ ਪੰਜ ਤਤ ਵਿਸਥਾਰਾ, ਵਿੱਚ ਧਾਤੂ ਪੰਜ ਆਪ ਪਾਵੈ। 5 ਤਰ੍ਹਾਂ ਦੇ ਸੁਭਾਅ ਜੀਵਾਂ ਵਿੱਚ ਪਾ ਦਿੱਤੇ ਨੇ। ਹਾਂ, ਇਹ ਸੁਭਾਅ ਚੇਂਜ ਹੋ ਸਕਦੇ, ਆਦਤਾਂ ਬਦਲ ਸਕਦੀਆਂ, ਪਰ ਤਰੀਕਾ ਗੁਰਮਤਿ ਨੇ ਇਹ ਦੱਸਿਆ ਹੈ, ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੈ। ਜਦੋਂ ਆਪਾਂ ਸਤਿਗੁਰ ਦੇ ਨਾਲ ਮਿਲ ਜਾਵਾਂਗੇ ਨਾ, ਤੇ ਸਾਡੀ ਜ਼ਿੰਦਗੀ ਦੇ ਜਿਹੜੇ ਝਗੜੇ ਨੇ ਉਹ ਦੂਰ ਹੋ ਜਾਣਗੇ। ਇਸ ਕਰਕੇ ਪਹਿਲਾਂ ਆਪਣੇ ਔਗਣਾਂ ਨੂੰ ਪਹਿਚਾਣੀਏ, ਪਹਿਲਾਂ ਆਪਣੇ ਬੰਧਨਾਂ ਨੂੰ ਪਹਿਚਾਣੀਏ, ਫਿਰ ਬੰਧਨ ਟੁੱਟਣ ਦੀ ਗੱਲ ਕਰੀਏ। ਤੇ ਮਹਾਰਾਜ ਕਹਿੰਦੇ ਨੇ, ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ। ਮਹਾਰਾਜ ਕਹਿਣ ਲੱਗੇ ਕਿ ਜਿਸ ਮਨੁੱਖ ਦੇ ਮਾਇਆ ਦੇ ਬੰਧਨ ਟੁੱਟਣ ਤੇ ਆਉਂਦੇ ਹਨ, ਉਸ ਨੂੰ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ। ਕਿਉਂਕਿ ਜਦੋਂ ਗੁਰੂ ਦੀ ਸੰਗਤ ਪ੍ਰਾਪਤ ਹੁੰਦੀ ਹੈ, ਸੰਗਤ ਵਿੱਚ ਆਉਣ ਨਾਲ ਸਾਡੀ ਮਾਇਆ ਦੇ ਜਿਹੜੇ ਬੰਧਨ ਹਨ ਉਹ ਟੁੱਟ ਜਾਂਦੇ ਹਨ। ਕਿਉਂਕਿ ਸੰਗਤ ਪਹਿਲਾਂ ਸਾਨੂੰ ਸੋਝੀ ਦੇਗੀ, ਤੇਰੇ ਅੰਦਰ ਖੋਟ ਕਿਹੜੀ ਹੈ, ਤੇਰੇ ਵਿੱਚ ਔਗੁਣ ਕਿਹੜੇ ਨੇ। ਉਸ ਤੋਂ ਬਾਅਦ ਔਗੁਣ ਮੁਕਾਉਣ ਦਾ ਤਰੀਕਾ ਗੁਰੂ ਕੀ ਬਾਣੀ ਸਾਨੂੰ ਦੱਸੇਗੀ। ਤੇ ਜਿਵੇਂ ਜਿਵੇਂ ਕੋਈ ਪ੍ਰੈਕਟਿਸ ਕਰੇਗਾ, ਜਿਵੇਂ ਆਪਾਂ ਗਲਤ ਕੰਮ ਕਰਨ ਦੀ ਪ੍ਰੈਕਟਿਸ ਕਰਦੇ, ਮੈਂ ਬੇਨਤੀ ਕਰਾਂ, ਉੱਦਾਂ ਹੀ ਸੰਗਤ ਵਿੱਚ ਆ ਕੇ ਸਾਨੂੰ ਸਹੀ ਕੰਮ ਕਰਨ ਦੀ ਵੀ ਪ੍ਰੈਕਟਿਸ ਕਰਨੀ ਪਏਗੀ। ਪ੍ਰੈਕਟਿਸ ਕਾਹਦੀ ਦੀ? ਵਿਚਾਰਾਂ ਦੀ ਪ੍ਰੈਕਟਿਸ। ਬਾਰ-ਬਾਰ ਸੋਚਣਾ ਵੀ ਮੈਂ ਇਹ ਮਾੜਾ ਕਰਦਾ ਸੀ, ਅੱਜ ਤੋਂ ਮੈਂ ਚੰਗਾ ਕਰਾਂਗਾ। ਮੈਂ ਗਲਤ ਸੋਚਦਾ ਸੀ, ਅੱਜ ਤੋਂ ਮੈਂ ਚੰਗਾ ਸੋਚਾਂਗਾ। ਇੱਕ ਵਿਦਵਾਨ ਨੇ ਬੜਾ ਸੋਹਣਾ ਕਿਹਾ, ਉਹ ਕਹਿੰਦੇ ਸੋਚ ਬਦਲੋ ਸਿਤਾਰੇ ਬਦਲ ਜਾਣਗੇ, ਨਜ਼ਰ ਬਦਲੋ ਨਜ਼ਾਰੇ ਬਦਲ ਜਾਣਗੇ। ਆਪਣੀ ਸੋਚਣੀ ਨੂੰ ਚੇਂਜ ਕਰੋ, ਕਿਉਂਕਿ ਅਸੀਂ ਜੋ ਕੁਛ ਹਾਂ ਸਾਡੀ ਸੋਚਣੀ ਦੇ ਉੱਤੇ ਡਿਪੈਂਡ ਕਰਦਾ ਹੈ। ਮੈਂ ਚੜ੍ਹਦੀ ਕਲਾ ਵਿੱਚ ਹਾਂ, ਮੇਰੀ ਸੋਚਣੀ ਉੱਦਾਂ ਦੀ ਹੈ। ਮੈਂ ਢਹਿੰਦੀ ਕਲਾ ਵਿੱਚ ਹਾਂ, ਉਸ ਵੇਲੇ ਮੇਰੀ ਸੋਚਣੀ ਉੱਦਾਂ ਦੀ ਹੈ। ਉਹੀ ਬੰਦਾ ਢਹਿੰਦੀ ਕਲਾ ਵਿੱਚ ਵੀ ਹੁੰਦਾ ਹੈ, ਉਹੀ ਬੰਦਾ ਚੜ੍ਹਦੀ ਕਲਾ ਵਿੱਚ ਵੀ ਹੁੰਦਾ ਹੈ। ਕਿਉਂ? ਜਿਸ ਤਰ੍ਹਾਂ ਦੇ ਵਿਚਾਰਾਂ ਦੀ ਸੰਗਤ ਵਿੱਚ ਉਹ ਰਹਿ ਰਿਹਾ, ਉਸ ਤਰ੍ਹਾਂ ਦਾ ਉਹ ਮਨੁੱਖ ਹੈ। ਜੇ ਉਹ ਚੜ੍ਹਦੀ ਕਲਾ ਵਾਲੇ ਵਿਚਾਰਾਂ 'ਚ ਹੈ, ਉਹ ਚੜ੍ਹਦੀ ਕਲਾ 'ਚ ਹੈ। ਜੇ ਢਹਿੰਦੀ ਕਲਾ ਵਾਲੇ ਵਿਚਾਰਾਂ 'ਚ ਹੈ, ਉਹ ਢਹਿੰਦੀ ਕਲਾ ਵਿੱਚ ਹੈ। ਅਤੇ ਸਾਨੂੰ ਸਮਝਣਾ ਪਏਗਾ ਜੀਵਨ ਦੇ ਵਿੱਚੋਂ ਜੋ ਗੁਰਬਾਣੀ ਦੇ ਸੰਦੇਸ਼ ਨੇ, ਕਿਉਂਕਿ ਆਪਾਂ ਕੇਵਲ ਜੇ ਅੱਖਰੀ ਦੇਖਾਂਗੇ ਅਤੇ ਅੱਖਰਾਂ ਦੇ ਪਿੱਛੇ ਗੁਰੂ ਸਾਹਿਬ ਨੇ ਬੜਾ ਕੁਛ ਲੁਕਵੇਂ ਰੂਪ ਵਿੱਚ ਰੱਖਿਆ ਹੋਇਆ। ਇਹ ਪੌੜੀ ਅਤੇ ਸਲੋਕ ਦੀ ਵਿਆਖਿਆ 2 ਮਿੰਟ 'ਚ ਹੋ ਸਕਦੀ ਹੈ, ਕੋਈ ਵੱਡੀ ਗੱਲ ਨਹੀਂ। ਜੇ ਅਰਥ ਕਰਨੇ ਹੋਣ ਨਾ, 2 ਮਿੰਟ 'ਚ ਆਪਾਂ ਅਰਥ ਕਰਕੇ ਪਾਸੇ ਹੋ ਸਕਦੇ ਹਾਂ, ਸਿਰਫ 2 ਮਿੰਟਾਂ ਦੇ ਅੰਦਰ।
पर जे इसनूं समझना होवे तो पूरी जिंदगी भी लग सकती है और कई जन्म भी लग सकते हैं एक सलोक नूं समझण लग्या। इस करके सतगुरु जी सानूं ਪਹਿਲਾਂ ਇਹ ਸਮਝਾਉਂਦੇ ਨੇ ਕਿ ਪਹਿਲਾਂ ਸਮਝਣੇ ਬੰਧਨ ਕਿਹੜੇ ਨੇ, ਉਹਨਾਂ ਬੰਧਨਾਂ ਨੂੰ ਸਮਝ, ਉਸ ਤੋਂ ਬਾਅਦ ਉਹਨਾਂ ਬੰਧਨਾਂ ਤੋਂ ਬਾਹਰ ਆਉਣ ਦਾ ਇੱਕ ਤਰੀਕਾ ਹੈ, ਉਹ ਹੈ ਸੰਗਤ। ਕਿਉਂਕਿ ਜਦੋਂ ਤੱਕ ਅਸੀਂ ਸੰਗਤ ਨਹੀਂ ਕਰਦੇ ਸਾਨੂੰ ਝੂਠ ਅਤੇ ਸੱਚ ਦਾ ਪਤਾ ਨਹੀਂ ਹੁੰਦਾ, ਆਪਣੇ ਅਤੇ ਪਰਾਏ ਦਾ ਪਤਾ ਨਹੀਂ ਹੁੰਦਾ, ਅਵਗੁਣ ਅਤੇ ਗੁਣਾਂ ਦਾ ਪਤਾ ਨਹੀਂ ਹੁੰਦਾ, ਚੰਗਿਆਈ ਅਤੇ ਬੁਰਿਆਈ ਦਾ ਪਤਾ ਨਹੀਂ ਹੁੰਦਾ। ਮੈਂ ਇੱਕ ਗਾਥਾ ਕਹਾਂ ਕਿ ਇੱਕ ਮਨੁੱਖ, ਇੱਕ ਨੌਜਵਾਨ ਬੱਚਾ, ਉਹ ਇੱਕ ਦਿਨ ਕੀ ਹੋਇਆ ਕਿ ਉਹਦੇ ਪਿਤਾ ਅਕਾਲ ਚਲਾਣਾ ਕਰ ਗਏ ਅਤੇ ਪਿੱਛੇ ਇੱਕ ਘਰ ਵਿੱਚ ਪੰਡ ਛੱਡ ਕੇ ਚਲੇ ਗਏ। ਦੇਖਣ ਦੇ ਵਿੱਚ ਉਸ ਪੰਡ ਦੇ ਅੰਦਰ ਜੋ ਸੀ ਉਹ ਦੇਖਣ ਨੂੰ ਹੀਰੇ ਲੱਗਦੇ ਸਨ। ਹੌਲੀ ਹੌਲੀ ਇਹ ਬੱਚਾ ਬੜਾ ਗਰੀਬੀ ਨਾਲ ਜੂਝ ਰਿਹਾ ਸੀ, ਬੜਾ ਪਰੇਸ਼ਾਨ ਸੀ, ਬੜੀ ਢਹਿੰਦੀ ਕਲਾ ਵਿੱਚ ਸੀ। ਅਤੇ ਇਹ ਉਹਦੇ ਪਿਤਾ ਦੇ ਦੋਸਤ ਸਨ ਇੱਕ ਜਵਾਰੀ, ਹੀਰਿਆਂ ਨੂੰ ਪਰਖਣ ਵਾਲੇ, ਉਸ ਜੋਹਰੀ ਕੋਲ ਚਲਾ ਗਿਆ। ਉਹ ਪੂਰੀ ਹੀਰਿਆਂ ਦੀ ਪੰਡ ਉਸ ਜੋਹਰੀ ਦੇ ਅੱਗੇ ਰੱਖ ਦਿੱਤੀ। ਆਖਿਆ ਵੀ ਮੈਨੂੰ ਪੈਸਿਆਂ ਦੀ ਬੜੀ ਲੋੜ ਹੈ ਅਤੇ ਤੁਸੀਂ ਪਰਖ ਕਰਕੇ ਜਿਤਨੇ ਪੈਸੇ ਬਣਦੇ ਨੇ ਮੈਨੂੰ ਪੈਸੇ ਦੇ ਦਿਓ। ਉਸਨੇ ਪਰਖ ਕੀਤੀ, ਪਹਿਲਾਂ ਦੇਖਿਆ ਇੱਕ ਵਾਰੀ, ਫਿਰ ਰੱਖ ਦਿੱਤੇ, ਫਿਰ ਦੁਬਾਰਾ ਵੇਖੇ, ਫਿਰ ਉਹ ਰੱਖ ਦਿੱਤੇ ਅਤੇ ਨਾਲ ਪੰਡ ਬੰਨ੍ਹ ਦਿੱਤੀ ਅਤੇ ਉਹਨੂੰ ਵਾਪਸ ਦੇ ਦਿੱਤੇ। ਕਹਿਣ ਲੱਗਾ ਇੱਕ ਗੱਲ ਦੱਸਾਂ ਤੈਨੂੰ, ਤੂੰ ਇਹ ਪੰਡ ਲੈ ਕੇ ਮੇਰੇ ਕੋਲ ਆਇਆ ਔਰ ਹੀਰਿਆਂ ਦੀ ਪੰਡ ਲੈ ਕੇ ਆਇਆ, ਇਹ ਬੜੇ ਕੀਮਤੀ ਹਨ, ਬੜੇ ਕੀਮਤੀ ਹਨ। ਪਰ ਤੇਰੇ ਪਿਤਾ ਦਾ ਮੇਰੇ ਉੱਤੇ ਬੜੇ ਪਰਉਪਕਾਰ ਰਹੇ ਹਨ, ਤੇਰੇ ਪਿਤਾ ਨੇ ਮੇਰੇ ਉੱਤੇ ਬੜਾ ਪਰਉਪਕਾਰ ਕੀਤਾ ਹੈ। ਅਤੇ ਚੰਗਾ ਹੋਵੇ ਜੇ ਤੂੰ ਹੁਣ ਕਹਿੰਦਾ ਵੀ ਮੈਂ ਬੜਾ ਜ਼ਰੂਰਤਮੰਦ ਹਾਂ ਅਤੇ ਤੂੰ ਮੇਰੇ ਕੋਲ ਨੌਕਰੀ ਕਰ ਲੈ, ਨਾਲੇ ਮੈਂ ਤੈਨੂੰ ਹੀਰਿਆਂ ਦੀ ਪਰਖ ਸਿਖਾ ਦੇਵਾਂਗਾ ਅਤੇ ਨਾਲ ਤੈਨੂੰ ਰੋਟੀ ਪਾਣੀ ਵਾਸਤੇ ਕੁਝ ਪੈਸੇ ਦੇ ਦੇਵਾਂਗਾ। ਉਸਨੇ ਉਸ ਜੋਹਰੀ ਦੀ ਇਹ ਗੱਲ ਨੂੰ ਕਬੂਲ ਕਰ ਲਿਆ ਅਤੇ ਉਸਦੇ ਕੋਲ ਨੌਕਰੀ ਕਰਨ ਲੱਗ ਪਿਆ। ਉਸਨੂੰ ਵੀ ਬੰਦੇ ਦੀ ਲੋੜ ਸੀ ਅਤੇ ਇਸਨੂੰ ਆਪਣੇ ਕੰਮ 'ਤੇ ਰੱਖ ਲਿਆ। 2-4 ਸਾਲ 6 ਸਾਲ ਲੰਘ ਗਏ। ਹੌਲੀ ਹੌਲੀ ਉਸ ਬੱਚੇ ਨੂੰ ਉਸ ਜੋਹਰੀ ਕੋਲ ਰਹਿ ਕੇ ਹੀਰਿਆਂ ਦੀ ਪਰਖ ਕਰਨੀ ਆ ਗਈ, ਉਹਨੂੰ ਗਿਆਨ ਪ੍ਰਾਪਤ ਹੋ ਗਿਆ। ਮੈਂ ਗੱਲ ਕਰ ਰਿਹਾ ਵੀ ਸੰਗਤ ਵਿੱਚੋਂ ਸਾਨੂੰ ਕਿਵੇਂ ਪਰਖ ਆਉਂਦੀ, ਸੰਗਤ ਕਿਵੇਂ ਸਾਡੇ ਜ਼ਿੰਦਗੀ ਨੂੰ ਘੜ ਕੇ ਔਰ ਤਿਆਰ ਕਰ ਦਿੰਦੀ ਹੈ। ਹੁਣ ਕਈ ਸਾਲਾਂ ਤੋਂ ਬਾਅਦ ਅੱਜ ਫਿਰ ਉਸ ਜੋਹਰੀ ਨੇ ਆਖਿਆ ਵੀ ਜਿਹੜੀ ਕਈ ਸਾਲ ਪਹਿਲਾਂ ਤੂੰ ਉਸ ਹੀਰਿਆਂ ਦੀ ਪੰਡ ਨੂੰ ਮੇਰੇ ਕੋਲ ਲੈ ਕੇ ਆਇਆ ਸੀ, ਉਹ ਲੈ ਕੇ ਆ, ਮੈਂ ਤੇਰੇ ਹੀਰੇ ਖਰੀਦਣ ਵਾਸਤੇ ਤਿਆਰ ਹਾਂ। ਇਹ ਬੜੀ ਚਾਅ ਨਾਲ, ਬੜੀ ਖੁਸ਼ੀ ਨਾਲ ਹੀਰੇ ਲੈ ਕੇ ਆਇਆ। ਇਸਨੇ ਵੀ ਪੰਡ ਖੋਲ੍ਹੀ ਨਹੀਂ ਅਤੇ ਇਸ ਤਰ੍ਹਾਂ ਹੀ ਉਸ ਪੰਡ ਨੂੰ ਲੈ ਕੇ ਉਸ ਜੋਹਰੀ ਕੋਲ ਆ ਗਿਆ, ਉਸਦੇ ਅੱਗੇ ਰੱਖ ਦਿੱਤੀ। ਆਖਣ ਲੱਗੇ ਗੱਲ ਸੁਣ, ਮੇਰੇ ਅੱਗੇ ਕਿਉਂ ਰੱਖਦਾ, ਤੈਨੂੰ ਵੀ ਪਰਖ ਆਉਂਦੀ ਹੈ ਹੀਰਿਆਂ ਦੀ, ਮੈਨੂੰ ਵੀ ਪਰਖ ਆਉਂਦੀ ਹੈ। ਹੁਣ ਤੇਰੇ ਵਿੱਚ ਅਤੇ ਮੇਰੇ ਵਿੱਚ ਕੋਈ ਓਲਾ ਨਹੀਂ ਰਹਿ ਗਿਆ। ਹੁਣ ਇਹਨਾਂ ਨੂੰ ਵੇਖ, ਜਿਤਨੀ ਕੀਮਤ ਹੋਏਗੀ ਮੈਂ ਵਧਾ ਕੇ ਤੈਨੂੰ ਪੈਸੇ ਦੇਵਾਂਗਾ। ਉਹ ਆਪਣੇ ਲਾਏ ਹੋਏ ਹੀਰਿਆਂ ਨੂੰ ਬੜੇ ਧਿਆਨ ਨਾਲ ਦੇਖਦਾ, ਪਰਖ ਕਰਦਾ, ਸਿੱਟ ਦਿੰਦਾ। ਹੌਲੀ ਹੌਲੀ ਪੰਡ ਵਿੱਚ ਜਿਤਨੇ ਹੀਰੇ ਸਨ ਸਾਰੇ ਸਿੱਟ ਦਿੱਤੇ। ਕਹਿਣ ਲੱਗੇ ਇਤਨੇ ਕੀਮਤੀ ਹੀਰੇ ਤੂੰ ਥੱਲੇ ਸਿੱਟ ਦਿੱਤੇ ਹਨ। ਕਹਿੰਦਾ ਇਹ ਸਾਰੇ ਨਕਲੀ ਹਨ, ਇਹ ਸਾਰੇ ਨਕਲੀ ਹਨ। ਔਰ ਕਹਿਣ ਲੱਗਾ, ਕਹਿੰਦਾ ਹੈਰਾਨੀ ਦੀ ਗੱਲ, ਇਤਨਾ ਸਿਆਣਾ ਜੋਹਰੀ ਹੋਵੇ, ਪਾਰਖੂ ਹੋਵੇ, ਔਰ ਤੁਸੀਂ ਮੈਨੂੰ ਇਤਨੇ ਸਾਲ ਤੋਂ ਦੱਸੀ ਨਹੀਂ ਇਹ ਗੱਲ। ਮੈਂ ਉਸ ਵੇਲੇ ਆਇਆ ਸੀ, ਉਸ ਵੇਲੇ ਹੀ ਦੱਸ ਦੇਣੀ ਸੀ ਗੱਲ, ਤਾਂ ਕਿ ਮੈਨੂੰ ਰਾਖੀ ਨਾ ਕਰਨੀ ਪੈਂਦੀ। ਇਤਨੇ ਸਾਲਾਂ ਤੋਂ ਮੈਂ ਦਿਨ ਰਾਤ ਇਸ ਦੀ ਰਾਖੀ ਕਰਦਾ ਰਿਹਾ, ਸੰਭਾਲ ਕੇ ਰੱਖਦਾ ਰਿਹਾ। ਆਖਣ ਲੱਗੇ ਹੋ ਸਕਦਾ ਸੀ ਜਿਸ ਵੇਲੇ ਮੈਂ ਦੱਸਦਾ ਅਤੇ ਤੈਨੂੰ ਯਕੀਨ ਨਹੀਂ ਸੀ ਆਉਣਾ ਵੀ ਇਹ ਨਕਲੀ ਹਨ।
ਯਕੀਨ ਨਹੀਂ ਸੀ ਆਉਣਾ ਤੈਨੂੰ। ਪਿਆਰ ਵਾਲੇ ਸੱਚ ਜਾਣਨਾ, ਕਹਿੰਦੇ ਮੈਂ ਤੈਨੂੰ ਇਸ ਕਰਕੇ ਹੀ ਆਖਿਆ, ਮੈਨੂੰ ਪਤਾ ਸੀ ਕਿ ਜੇ ਅੱਜ ਮੈਂ ਇਸ ਨੂੰ ਕਹਿ ਦਿੰਦਾ ਇਹ ਨਕਲੀ ਹੈ, ਇਹ ਹੋਰ ਟੁੱਟ ਜਾਵੇਗਾ। ਇਸ ਕਰਕੇ ਮੈਨੂੰ ਪਤਾ ਸੀ ਇਹ ਨਕਲੀ, ਇਹਨਾਂ ਦਾ ਕੋਈ ਮੁੱਲ ਨਹੀਂ, ਇਹ ਕੇਵਲ ਪੱਥਰ ਹੈ, ਕਿਸੇ ਕੰਮ ਦਾ ਪੱਥਰ ਨਹੀਂ। ਇਸ ਕਰਕੇ ਮੈਂ ਤੈਨੂੰ ਆਪਣੇ ਕੋਲ ਕੰਮ 'ਤੇ ਰੱਖਿਆ। ਤੇਰੇ ਪਿਤਾ ਦੇ ਬੜੇ ਪਰਉਪਕਾਰ ਮੇਰੇ ਉੱਤੇ ਰਹੇ ਸਨ, ਇਸ ਕਰਕੇ ਤੈਨੂੰ ਕੰਮ ਦਿੱਤਾ, ਨਾਲ ਰੋਟੀ ਦਿੱਤੀ, ਨਾਲ ਤੈਨੂੰ ਹੀਰਿਆਂ ਦੀ ਪਰਖ ਕਰਨੀ ਸਿਖਾਈ। ਅਤੇ ਹੁਣ ਜਦੋਂ ਤੈਨੂੰ ਪਰਖ ਆ ਗਈ ਹੈ ਨਾ, ਇਸ ਕਰਕੇ ਹੁਣ ਆਖਿਆ ਹੁਣ ਉਹ ਪੰਡ ਆਪਣੇ ਅੱਗੇ ਰੱਖ ਲਾ ਕੇ, ਅਤੇ ਹੁਣ ਦੇਖ ਇਹ ਕੀ ਹੈ। ਗੁਰੂ ਸਾਨੂੰ ਇੱਦਾਂ ਹੀ ਕਰਦਾ ਹੈ ਕਿ ਆਪਣੀ ਸੰਗਤ ਵਿੱਚ ਬਿਠਾ ਕੇ ਸਾਨੂੰ ਦੱਸਦਾ ਕਿ ਤੇਰੇ ਜੀਵਨ 'ਚ ਹੀਰੇ ਨੇ ਜਾਂ ਇਹ ਪੱਥਰ ਨੇ, ਤੇਰੇ ਕੋਲ ਗੁਣ ਨੇ ਜਾਂ ਔਗੁਣ ਨੇ। ਇਹ ਗੁਰੂ ਕੀ ਸੰਗਤ ਸਾਨੂੰ ਦੱਸਦੀ ਹੈ, ਪਹਿਚਾਨ ਕਰਨਾ ਸਿਖਾਉਂਦੀ ਹੈ। ਜਦੋਂ ਤੱਕ ਆਪਾਂ ਇੱਥੇ ਨਹੀਂ ਆਉਂਦੇ, ਇੱਥੇ ਆ ਕੇ ਸਿੱਖਦੇ ਨਹੀਂ, ਸਾਨੂੰ ਪਤਾ ਹੀ ਨਹੀਂ ਹੁੰਦਾ ਇਹ ਜੀਵਨ ਹੈ ਕੀ। ਉਹਨੂੰ ਪਰਖ ਕਰਨੀ ਆ ਗਈ, ਅੱਜ ਸਮਝ ਆ ਗਈ ਜੀਵਨ ਦੀ। ਮੈਂ ਬੇਨਤੀ ਕਰਾਂ, ਗੁਰੂ ਸਾਹਿਬ ਜੀ ਸਾਨੂੰ ਸਾਰਿਆਂ ਨੂੰ ਆਪਣੇ ਆਪੇ ਦੀ ਪਰਖ ਕਰਨੀ ਸਿਖਾਉਂਦੇ ਨੇ। ਭਾਈ ਤੂੰ ਕੀ ਹੈ, ਆਪਣੇ ਆਪ ਦੀ ਪਰਖ ਕਰ। ਔਰ ਜਿਸ ਨੂੰ ਪਰਖ ਕਰਨੀ ਆ ਗਈ, ਜਿਵੇਂ ਉਸ ਬੱਚੇ ਨੇ ਇੱਕ ਇੱਕ ਹੀਰਾ ਪੰਡ ਵਿੱਚੋਂ ਕੱਢ ਕੇ ਸੁੱਟ ਦਿੱਤਾ, ਇਸ ਤਰ੍ਹਾਂ ਜਿਹੜੇ ਸਾਡੇ ਜੀਵਨ ਦੇ ਬੰਧਨ ਹਨ, ਉਹ ਸਾਰੇ ਬੰਧਨ ਜਿਹੜੇ ਨੇ ਉਹ ਟੁੱਟ ਜਾਣਗੇ, ਅਸੀਂ ਵੀ ਸਭ ਸਿੱਟ ਦੇਵਾਂਗੇ। ਕਿਉਂਕਿ ਕੋਈ ਚੀਜ਼, ਮੈਂ ਕਈ ਵਾਰੀ ਬੇਨਤੀ ਕਰਦਾ ਪਿਆਰਿਓ, ਕੱਚ ਉਨਾ ਚਿਰ ਹੀ ਸੰਭਾਲਿਆ ਜਾਂਦਾ ਹੈ ਜਦੋਂ ਤੱਕ ਹੱਥ ਵਿੱਚ ਕੰਚਨ ਨਹੀਂ ਆ ਜਾਂਦਾ। ਕੱਚ ਪਾਓ ਸੀਸਾ, ਕੰਚਨ ਪਾਓ ਸੋਨਾ। ਮੈਂ ਮੁੱਠੀ ਵਿੱਚ ਕੱਚ ਨੂੰ ਉਨਾ ਚਿਰ ਹੀ ਰੱਖ ਸਕਦਾ ਜਦੋਂ ਤੱਕ ਮੇਰੀ ਮੁੱਠੀ ਵਿੱਚ ਸੋਨਾ ਨਹੀਂ। ਜੇ ਸੋਨਾ ਆ ਗਿਆ ਤਾਂ ਮੈਨੂੰ ਕੱਚ ਛੱਡਣਾ ਹੀ ਪੈਣਾ। ਇਸ ਤਰ੍ਹਾਂ ਹੀ ਇਹ ਜ਼ਿੰਦਗੀ ਜਿਹੜੀ ਹੈ, ਜਿਸ ਦਿਨ ਆਪਾਂ ਗੁਰੂ ਸਾਹਿਬ ਦੀ ਸੰਗਤ ਕਰਾਂਗੇ ਅਤੇ ਸਾਨੂੰ ਜਿਸ ਦਿਨ ਗੁਣ ਅਤੇ ਅਵਗੁਣਾਂ ਦੀ ਪਹਿਚਾਣ ਹੋ ਜਾਵੇਗੀ, ਅਤੇ ਅਸੀਂ ਜ਼ਿੰਦਗੀ ਵਿੱਚੋਂ ਗੁਣ ਆਉਂਦੇ ਸਾਰ ਅਵਗੁਣ ਛੱਡ ਦੇਵਾਂਗੇ। ਅਵਗੁਣ ਛੱਡੇ ਨਹੀਂ, ਮਾਇਆ ਦੇ ਇਹ ਬੰਧਨ ਟੁੱਟੇ ਨਹੀਂ, ਅਸੀਂ ਖਲਾਸੀ ਪ੍ਰਾਪਤ ਕਰ ਲਈ। ਇਹੀ ਗੁਰੂ ਸਾਹਿਬ ਜੀ ਦੀ ਬਾਣੀ ਦਾ ਮਨੋਰਥ ਹੈ ਕਿ ਮਨੁੱਖ ਜਿਉਂਦੇ ਜੀ ਆਪਣੇ ਜੀਵਨ ਦੇ ਬੰਧਨ ਜਿਹੜੇ ਉਹ ਤੋੜ ਲਵੇ। ਅਸੀਂ ਬੇਅੰਤ ਬੰਧਨਾਂ ਵਿੱਚ ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਕਿਤਨੇ ਭਰਮ ਸਾਡੀ ਜ਼ਿੰਦਗੀ ਵਿੱਚ ਹਨ, ਉਹ ਸਾਰੇ ਬੰਧਨ ਹੀ ਤਾਂ ਹਨ। ਗੁਸਤਾਖੀ ਮਾਫ਼ ਕਰਨਾ, ਸਾਡੇ ਮਨ ਵਿੱਚ ਕਿੱਦਾਂ ਦੇ ਵਹਿਮ ਭਰਮ ਕਰ ਗਏ ਨੇ ਕਿ ਇੱਕ ਦਿਨ ਲਾਈਟਾਂ ਲਾ ਕੇ ਚਾਨਣ ਕਰਕੇ ਸਾਡੇ ਘਰ ਵਿੱਚ ਲਕਸ਼ਮੀ ਆ ਜਾਣੀ ਹੈ। ਕਿ ਕਦੀ ਸੋਚਿਆ ਵੀ ਕਿਤਨੀ ਬਰਬਾਦੀ ਹੁੰਦੀ ਹੈ ਕਿ ਦਰਵਾਜ਼ੇ ਖੋਲ੍ਹ ਕੇ, ਬਹੁਤ ਸਾਰੇ ਲੋਕ ਦਰਵਾਜ਼ੇ ਖੋਲ੍ਹ ਕੇ ਸੌਂਦੇ ਲਕਸ਼ਮੀ ਆਏਗੀ, ਪਤਾ ਲੱਗਦਾ ਸਵੇਰੇ ਤੱਕ ਘਰ 'ਚ ਜੋ ਸੀ ਉਹ ਵੀ ਸਾਰਾ ਚਲਾ ਗਿਆ। ਲਕਸ਼ਮੀ ਆਈ ਤਾਂ ਨਹੀਂ, ਪਰ ਜਿਹੜੀ ਪਈ ਸੀ ਉਹ ਵੀ ਚਲੀ ਗਈ। ਕਿਉਂਕਿ ਸਾਡੇ ਭੁਲੇਖੇ ਨੇ, ਸਾਡੇ ਭਰਮ ਨੇ। ਔਰ ਐਸੇ ਮੌਕੇ ਨੂੰ ਖਾਸ ਕਰਕੇ ਲੁੱਟਣ ਵਾਲੇ ਲੋਕ ਯਤਨ ਕਰਦੇ ਨੇ ਵੀ ਐਸਾ ਮੌਕਾ ਮਿਲਣਾ ਚਾਹੀਦਾ ਹੈ ਵੀ ਜਦੋਂ ਲੋਕ ਇਤਨੇ ਅਵੇਸਲੇ ਹੋ ਜਾਣ ਇਸ ਆਸ ਵਿੱਚ ਵੀ ਅੱਜ ਸਾਡੇ ਘਰ ਲਕਸ਼ਮੀ ਨੇ ਆਉਣਾ, ਅਤੇ ਚੋਰ ਲੁਟੇਰੇ ਐਕਟਿਵ ਹੋ ਜਾਂਦੇ ਨੇ। ਹੁਣ ਤੁਸੀਂ ਵੇਖੋ ਨਾ, ਜਿਤਨੀ ਜ਼ਿਆਦਾ ਭੀੜ ਹੁੰਦੀ ਹੈ ਉਤਨੇ ਲੋਕ ਆ ਕੇ ਦੱਸਦੇ ਸਾਡਾ ਮੋਬਾਈਲ ਚੋਰੀ ਹੋ ਗਿਆ, ਕੋਈ ਕਹਿੰਦਾ ਸਾਡਾ ਪਰਸ ਕੱਟ ਲਿਆ, ਕੋਈ ਕਹਿੰਦਾ ਸਾਡੀ ਇਹ ਚੋਰੀ ਹੋ ਗਈ। ਕਿਉਂ? ਅਗਲਾ ਮੌਕੇ ਦਾ ਫਾਇਦਾ ਉਠਾਉਂਦੇ ਹਨ। ਔਰ ਅਸੀਂ ਭਰਮਾਂ ਵਿੱਚ ਪਏ ਹੋਏ ਹਾਂ। ਇਹ ਵੀ ਤਾਂ ਸਾਡੇ ਜੀਵਨ 'ਚ ਬੰਧਨ ਹੀ ਹਨ ਨਾ, ਜਿਹੜੇ ਸਾਡੀ ਸੁਰਤ ਨੂੰ ਅੱਗੇ ਨਹੀਂ ਜਾਣ ਦਿੰਦੇ। ਵੀ ਸਿੱਖ ਨੇ ਸਾਲ ਦੇ ਵਿੱਚ ਕੇਵਲ ਦੀਵਾਲੀ 'ਤੇ ਆ ਕੇ ਮੱਥਾ ਟੇਕਣਾ, ਪੂਰੇ ਸਾਲ ਗੁਰੂ ਦਰ 'ਤੇ ਨਹੀਂ ਆਉਣਾ, ਅਤੇ ਇਹ ਬੰਧਨ ਨਹੀਂ ਹੈ। ਜਿੱਥੇ ਕਿ ਸਾਨੂੰ ਪਰਖ ਆਉਣੀ ਸੀ ਝੂਠ ਅਤੇ ਸੱਚ ਦੀ, ਗੁਣ ਅਤੇ ਅਵਗੁਣ ਦੀ, ਅਸੀਂ ਉਸ ਜੋਰੀ ਗੁਰੂ ਦੇ ਕੋਲ ਆ ਕੇ ਕਦੀ ਸਿੱਖਿਆ ਹੀ ਨਹੀਂ। ਅਤੇ ਯਾਦ ਰੱਖਣਾ, ਗੁਰੂ ਸਾਡਾ ਬੜਾ ਮਦਦਗਾਰ ਹੈ। ਉਹ ਜਿਹੜਾ ਵੀ ਇੱਥੇ ਆ ਜਾਂਦਾ, ਮਹਾਰਾਜ ਕਹਿੰਦੇ ਜੋ ਸਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਧਾ। ਜਿਹੜਾ ਸਰਨ 'ਚ ਆ ਗਿਆ ਉਹਨੂੰ ਗੁਰੂ ਸਾਹਿਬ ਆਪਣੇ ਕੰਠ ਨਾਲ ਲਾ ਲੈਂਦੇ ਹਨ। ਇਸ ਕਰਕੇ ਪਹਿਲੀ ਗੱਲ ਇਹ ਵਿਚਾਰ ਲੈਣਾ ਸਾਰੇ ਕਿ ਆਪਣੇ ਜੀਵਨ ਵਿੱਚ ਜੋ ਔਗੁਣ ਨੇ, ਜੋ ਤੁਹਾਨੂੰ ਲੱਗਦਾ ਜਿਹੜੀ ਗੱਲ ਮੇਰੇ ਜੀਵਨ 'ਚ ਦੁੱਖ ਦਿੰਦੀ, ਮੈਨੂੰ ਸਮਝ ਲਓ ਔਗੁਣ ਹੋਏਗੀ। ਜਿਹੜਾ ਕਰਮ ਤੁਹਾਨੂੰ ਦੁੱਖ ਦਿੰਦਾ ਹੈ, ਸਮਝ ਲਓ ਉਹ ਕਰਮ ਬੰਧਨ ਹੋਏਗਾ। ਜਿਹੜੀ ਬੋਲ ਬਾਣੀ ਤੁਹਾਨੂੰ ਦੁਖੀ ਕਰਦੀ ਹੈ, ਮੰਨ ਲੈਣਾ ਉਹ ਬੰਧਨ ਹੋਏਗਾ। ਲਿਖ ਲੈਣਾ ਵੀ ਇਹ ਗੱਲ ਜਦੋਂ ਮੈਂ ਬੋਲਦਾ ਘਰ 'ਚ ਲੜਾਈ ਹੁੰਦੀ ਹੈ, ਇਹ ਵਚਨ ਜਦੋਂ ਮੈਂ ਬੋਲਦਾ ਘਰ ਵਿੱਚ ਕਲੇਸ਼ ਹੁੰਦਾ, ਇਸ ਅਰਥ ਹੈ ਕਿ ਉਹ ਕਰਮ ਠੀਕ ਨਹੀਂ ਹੈ, ਛੱਡ ਦੇਣਾ ਚਾਹੀਦਾ। ਉਸ ਨੂੰ ਹੀ ਬਾਬਾ ਫਰੀਦ ਜੀ ਨੇ ਆਖਿਆ ਕਿ ਫਰੀਦਾ ਜਿੰਨੀ ਕਮੀ ਨਾਹੀਂ ਗੁਣ,
ਤੇ ਕਮੜੇ ਵਿਸਾਰ ਮਤ ਸਰਬੰਦਾ ਥੀਵਈ ਸਾਈਂ ਦਾ ਦਰਬਾਰ। ਜਿਨ੍ਹਾਂ ਕੰਮਾਂ ਵਿੱਚ ਭਾਈ ਕੋਈ ਲਾਭ ਨਹੀਂ ਉਹਨਾਂ ਨੂੰ ਛੱਡ ਦੇ। ਉਹ ਆਦਤਾਂ, ਉਹ ਕਰਮ, ਉਹ ਬਚਨ, ਉਹ ਬੋਲ ਬਾਣੀ। ਮੈਂ ਇੱਕ ਬੇਨਤੀ ਕਰਾਂ, ਸਾਨੂੰ ਆਪਣੇ ਜੀਵਨ ਵਿੱਚ ਬਹੁਤ ਸੁਧਾਰ ਲਿਆਉਣ ਦੀ ਲੋੜ ਹੈ। ਸਾਡੇ ਜੀਵਨ 'ਚ ਬਹੁਤ ਕਮੀਆਂ ਨੇ, ਪਰ ਇਹ ਕਮੀਆਂ ਕੌਣ ਕੱਢ ਸਕਦਾ ਹੈ? ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਪਾਵਨ ਪਵਿੱਤਰ ਬਾਰਗਾਹ ਹੈ ਜਿੱਥੇ ਸਿੱਖ ਆਪਣੀਆਂ ਕਮੀਆਂ ਨੂੰ ਦੂਰ ਕਰ ਸਕਦਾ। ਮੈਂ ਇੱਕ ਬੇਨਤੀ ਕਰਾਂ, ਇਸ ਕਰਕੇ ਕਈ ਵਾਰੀ ਜਿਹੜਾ ਪ੍ਰਚਾਰਕ ਹੁੰਦਾ ਕਹਿੰਦੇ ਗੁਰਦੁਆਰੇ ਆਓ, ਉਹ ਪਹਿਲੇ ਦਿਨ ਨਹੀਂ ਕਹਿੰਦਾ ਵੀ ਤੇਰੇ ਵਿੱਚ ਇਹ ਕਮੀ ਹੈ। ਜਿਵੇਂ ਉਸ ਜੋਰੀ ਨੇ ਪਹਿਲੇ ਦਿਨ ਇਹ ਨਹੀਂ ਕਿਹਾ ਵੀ ਇਹ ਨਕਲੀ ਹਨ, ਉਹ ਪਹਿਲਾਂ ਉਸ ਨੂੰ ਕਈ ਸਾਲ ਬੁਲਾਉਂਦਾ ਰਿਹਾ। ਉਸ ਤੋਂ ਬਾਅਦ ਜਦੋਂ ਉਸ ਨੂੰ ਆਪ ਪਰਖ ਆ ਗਈ ਨਾ, ਫਿਰ ਉਹਨੂੰ ਸਮਝ ਆਈ ਕਿ ਇਹ ਤਾਂ ਨਕਲੀ ਹਨ। ਇਸ ਕਰਕੇ ਜਦੋਂ ਕੋਈ ਪ੍ਰਚਾਰਕ ਕਹਿੰਦਾ ਵੀ ਸਤਸੰਗਤ ਵਿੱਚ ਆਓ, ਬਾਣੀ ਪੜ੍ਹੋ, ਉਹ ਕਹਿ ਸਕਦਾ ਵੀ ਤੁਹਾਡੇ ਵਿੱਚ ਇਹ ਕਮੀ ਹੈ, ਪਰ ਉਹ ਨਹੀਂ ਕਹਿੰਦਾ। ਉਸਨੂੰ ਪਤਾ ਵੀ ਸਤਸੰਗਤ ਦੀ ਬਰਕਤ ਦੇ ਨਾਲ ਗੁਰੂ ਕੇ ਬਚਨਾਂ ਨੂੰ ਸੁਣੇਗਾ, ਇਸ ਦੇ ਜੀਵਨ 'ਚ ਜਿਹੜੀ ਕਮੀ ਹੈ ਉਹ ਆਪੇ ਸਮਾਂ ਆਉਣ ਤੋਂ ਬਾਅਦ ਦੂਰ ਹੋ ਜਾਏਗੀ, ਕਿਉਂਕਿ ਇਹਨੂੰ ਆਪੇ ਦੀ ਸਮਝ ਆ ਜਾਏਗੀ। ਇਹ ਗੱਲ ਗੁਰੂ ਸਾਹਿਬ ਅੱਜ ਸਾਨੂੰ ਇੱਦਾਂ ਸਮਝਾ ਰਹੇ ਨੇ। ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ। ਮਰਕਨ ਜਿਸ ਮਨੁੱਖ ਦੇ ਮਾਇਆ ਦੇ ਬੰਧਨ ਟੁੱਟਣ 'ਤੇ ਆਉਂਦੇ ਨੇ ਨਾ, ਉਸ ਨੂੰ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ। ਅਤੇ ਇਹ ਨਾਨਕ ਗੁਰੂ ਕੀ ਸੰਗਤ ਵਿੱਚ ਰਹਿ ਕੇ ਜੋ ਇੱਕ ਪਿਆਰ ਪ੍ਰਭੂ ਦੇ ਪਿਆਰ ਰੰਗ ਦੇ ਵਿੱਚ ਰੰਗੇ ਜਾਂਦੇ ਹਨ। ਸੰਗਤ ਇਹ ਕੰਮ ਕਰਦੀ ਹੈ ਕਿ ਪਿਆਰੇ ਪ੍ਰਭੂ ਦਾ ਪ੍ਰੇਮ ਰੰਗ ਚਾੜ ਦਿੰਦੀ ਹੈ। ਇਹ ਉਹ ਸੰਗਤ ਹੈ ਜਿਸ ਸੰਗਤ ਵਿੱਚ ਬੈਠਣ ਦੇ ਨਾਲ ਰੰਗ ਲਾਗਤ 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 ਹੈ। ਵੱਡੇ ਵੱਡੇ ਵਿਕਾਰੀ ਇਸ ਸੰਗਤ ਵਿੱਚ ਆਏ। ਮੈਂ ਬੇਨਤੀ ਕਰਾਂ, ਗੁਰੂ ਨੇ ਉਸ ਨੂੰ ਰੰਗ ਚਾੜ ਕੇ ਸੰਸਾਰ ਵਿੱਚੋਂ ਭੇਜਿਆ। ਬਲੀ ਗੰਧਾਰੀ ਕੋਈ ਨਿਤਨੇਮੀ ਨਹੀਂ ਸੀ, ਸੱਜਣ ਠੱਗ ਕੋਈ ਗੁਰਦੁਆਰੇ ਮੱਥਾ ਨਹੀਂ ਸੀ ਟੇਕਦਾ, ਕੋਈ ਪਾਠ ਨਹੀਂ ਸੀ ਕਰਦਾ, ਅਤ ਦਾ ਠੱਗ ਸੀ। ਦੁਨੀ ਚੰਦ ਅਤ ਦਾ ਲੋਭੀ ਬੰਦਾ ਸੀ। ਪਰ ਗੁਰੂ ਸਾਹਿਬ ਦੀ ਸੰਗਤ ਦਾ ਅਸਰ ਵੇਖੋ ਕਿ ਉਸ ਸੰਗਤ ਵਿੱਚ ਆਉਣ ਦੇ ਨਾਲ ਵੱਡੇ ਵੱਡੇ ਠੱਗ, ਜ਼ਾਲਮ, ਚੋਰ, ਲੁਟੇਰੇ ਉਹ ਸਾਧ ਬਣ ਗਏ। ਉਹਨਾਂ ਨੂੰ ਨਾਮ ਦਾ ਰੰਗ ਚੜ੍ਹ ਗਿਆ। ਗੁਰੂ ਨਾਨਕ ਦੀ ਬਾਣੀ ਨੇ ਉਹਨਾਂ ਦੇ ਹਿਰਦੇ ਨੂੰ ਐਸਾ ਰੰਗ ਦਿੱਤਾ, ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਵਚਨ ਕੀਤੇ ਕਿ ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ। ਯਾਦ ਰੱਖਣਾ, ਜਿਸ ਨਾਲ ਸੱਜਣ ਠੱਗ ਸੀ, ਉਸ ਦਿਨਾਂ ਜਿਨ੍ਹਾਂ ਲੋਕਾਂ ਨੂੰ ਪਤਾ ਚੱਲਦਾ ਸੀ ਉਹ ਉੱਥੇ ਜਾਣਾ ਨਹੀਂ ਚਾਹੁੰਦੇ, ਪਰ ਜਿਨ੍ਹਾਂ ਸੱਜਣ ਬਣ ਗਿਆ, ਉਸ ਦਿਨ ਉਹਦੇ ਚਰਨਾਂ ਦੀ ਧੂੜ ਨੂੰ ਵੀ ਲੋਕ ਲੋਚਦੇ ਸਨ ਕਿ ਅਸੀਂ ਗੁਰਮੁਖ ਦੇ ਕਿਤੇ ਦਰਸ਼ਨ ਹੋ ਜਾਣ। ਉਹੀ ਸੱਜਣ ਸੀ, ਜੀਵਨ ਬਦਲ ਗਿਆ। ਉਹੀ ਬਲੀ ਗੰਧਾਰੀ ਸੀ ਜਿਹੜਾ ਹੰਕਾਰ ਦੇ ਵਿੱਚ ਬੈਠਾ ਹੋਇਆ ਸੀ। ਪਰ ਯਾਦ ਰੱਖਣਾ, ਜਦੋਂ ਗੁਰੂ ਨਾਨਕ ਦਾ ਸੰਗ ਪ੍ਰਾਪਤ ਹੋਇਆ ਤਾਂ ਲੋਕ ਬਲੀ ਗੰਧਾਰੀ ਦੀ ਚਰਨ ਧੂੜ ਨੂੰ ਲੋਚਣ ਲੱਗ ਪਏ ਵੀ ਕਿਤੇ ਇਸ ਬਲੀ ਗੰਧਾਰੀ ਦੇ ਚਰਨਾਂ ਦੀ ਧੂੜ ਸਾਨੂੰ ਮਿਲ ਜਾਏ, ਸਾਡਾ ਜੀਵਨ ਵੀ ਪਵਿੱਤਰ ਹੋ ਜਾਏਗਾ। ਕਿਉਂ? ਕਿਉਂਕਿ ਜੀਵਨ ਚੇਂਜ ਹੋ ਗਿਆ। ਇਸ ਕਰਕੇ ਮਰ ਕਹਿੰਦੇ ਨੇ, ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗ। ਜਿਹੜੇ ਸਤਸੰਗਤ ਦੀ ਬਰਕਤ ਦੇ ਨਾਲ ਨਾ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ, ਅਤੇ ਉਹ ਐਸਾ ਗੂੜਾ ਰੰਗ ਹੁੰਦਾ ਹੈ, ਮਜੀਠ ਦਾ ਰੰਗ ਹੁੰਦਾ, ਜਿਹੜਾ ਕਿ ਕਦੀ ਉਤਰਦਾ ਨਹੀਂ ਹੈ। ਜਿਹਨੂੰ ਮਰ ਕਹਿੰਦੇ ਲਾਲ ਰੰਗ ਤਿਸਕੋ ਲੱਗੈ, ਜਿਸ ਕੇ ਬੜ ਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ। ਜਿਹੜਾ ਕਦੀ ਮੈਲਾ ਨਹੀਂ ਹੁੰਦਾ। ਇਹ ਤਾਂ ਪੁੱਛਣਾ ਪਏਗਾ ਭਾਈ ਉਤਾਰੂ ਸਿੰਘ ਨੂੰ, ਇਹ ਰੰਗ ਤਾਂ ਪੁੱਛਣਾ ਪਏਗਾ ਭਾਈ ਮਤੀ ਦਾਸ ਜੀ ਨੂੰ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਤੁਹਾਡੇ ਕੋਲ ਉਹ ਕਿਹੜਾ ਰੰਗ ਸੀ ਵੀ ਦੇਗ ਵਿੱਚ ਤੁਹਾਨੂੰ ਉਬਾਲ ਦਿੱਤਾ ਪਰ ਰੰਗ ਨਹੀਂ ਉਤਰਿਆ, ਆਰੇ ਨਾਲ 2 ਫਾੜ ਕਰ ਦਿੱਤਾ ਪਰ ਉਹ ਰੰਗ ਨਹੀਂ ਲੱਥਿਆ। ਉਹ ਮਜੀਠ ਦਾ ਪੱਕਾ ਰੰਗ ਸੀ। ਅੱਜ ਵੀ ਚਾਂਦਨੀ ਚੌਕ ਜਿੱਥੇ ਭਾਈ ਮਤੀ ਦਾਸ ਚੌਕ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਉਹ ਚੌਕ ਪੁਕਾਰ ਕੇ ਕਹਿੰਦਾ ਹੈ, ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਸੱਚੀ ਮੁੱਚੀ ਸੰਗਤ ਕੀਤੀ, ਉਹਨਾਂ ਨੂੰ ਐਸਾ ਰੰਗ ਚੜ੍ਹਿਆ ਕਿ ਉਹਨਾਂ ਨੂੰ ਰੰਗਣ ਵਾਲਿਆਂ ਦੀ ਅੱਜ ਵੀ ਯਾਦਗਾਰ ਇੱਥੇ ਸਥਾਪਿਤ ਹੈ। ਲੋਕ ਅਰਦਾਸ ਕਰਦੇ ਨੇ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜਿਵੇਂ ਦੀ ਸਿੱਖੀ ਭਾਈ ਮਤੀ ਦਾਸ ਨੂੰ ਦਿੱਤੀ, ਉਹ ਸਿੱਖੀ ਮੈਨੂੰ ਵੀ ਦੇ। ਸੱਚੀ ਗੱਲ ਤਾਂ ਇਹ, ਜੇ ਅਰਦਾਸ ਉੱਥੇ ਜਾ ਕੇ ਕਰੀਏ ਤਾਂ ਕਰਨੀ ਬਣਦੀ ਹੈ ਵੀ ਜੋ ਸਿੱਖੀ ਭਾਈ ਮਤੀ ਦਾਸ ਕੋਲ ਹੈ, ਜੋ ਸਿੱਖੀ ਭਾਈ ਦਿਆਲਾ ਜੀ ਕੋਲ ਹੈ, ਜੋ ਸਿੱਖੀ ਭਾਈ ਸਤੀ ਦਾਸ ਜੀ ਕੋਲ ਹੈ, ਉਹ ਸਿੱਖੀ ਮੇਰੇ ਜੀਵਨ 'ਚ ਆ ਜਾਏ।
ਉਹ ਰੰਗ ਮੈਨੂੰ ਵੀ ਚੜ੍ਹ ਜਾਏ। ਹੁਣ ਰੰਗ ਚੜ੍ਹੇਗਾ ਕਿਵੇਂ, ਅੱਗੇ ਪੌੜੀ ਵਿੱਚ ਮਹਾਰਾਜ ਵਿਆਖਿਆ ਕਰ ਰਹੇ ਨੇ। ਪੌੜੀ ਰਾਰਾ ਰੰਗੋ ਇਆ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ। ਮਹਾਰਾਜ ਕਹਿੰਦੇ ਹੇ ਭਾਈ, ਰਾਰਾ ਰੰਗੋ ਇਆ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ। ਜੀਵ ਨਾਲ ਸਦਾ ਹਰੀ ਪਰਮਾਤਮਾ ਦੇ ਨਾਮ ਦਾ ਜਾਪ ਜਪੋ। ਤੇ ਜਿਵੇਂ ਜਿਵੇਂ ਰਸਨਾ ਨਾਲ ਜਪਦੇ ਜਾਵਾਂਗੇ, ਰਸਨਾ ਗੁਣ ਗੋਪਾਲ ਨਿਧ ਗਾਇਨ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਨ। ਸਾਰੇ ਦੁੱਖ ਚਲੇ ਜਾਣਗੇ ਜੀਵਨ 'ਚ। ਰਸਨਾ ਨਾਲ ਨਾਮ ਜਪਣਾ। ਰਸਨਾ ਉਹ ਭਾਂਡਾ ਹੈ, ਯਾਦ ਰੱਖਣਾ। ਜੇ ਉੱਚੀ ਕਰਕੇ ਸਹੀ ਢੰਗ ਨਾਲ, ਸਹੀ ਤਰੀਕੇ ਦੇ ਨਾਲ, ਜਿਵੇਂ ਗੁਰਮਤਿ ਨੇ ਸਮਝਾਇਆ, ਇਸ ਦੇ ਨਾਲ ਨਾਮ ਜਪਿਆ ਜਾਏ। ਇਹ ਕਰਚੀ ਹੈ। ਜਿਵੇਂ ਭਾਂਡੇ ਦੇ ਅੰਦਰ ਕਰਚੀ ਹੁੰਦੀ ਨਾ, ਉਹਦਾ ਕੰਮ ਪਰੋਸਣ ਦਾ ਹੁੰਦਾ ਹੈ। ਜੀਵ ਦਾ ਕੰਮ ਪਰੋਸਣ ਦਾ ਹੈ। ਅਤੇ ਜਿਹੜੇ ਕੰਨ ਸਾਡੇ ਕੋਲੀ ਹੈ, ਪਿਆਲੇ ਨੇ, ਜਿਨ੍ਹਾਂ ਵਿੱਚ ਕਰਚੀ ਨੇ ਪਾਣਾ। ਇਸ ਕਰਕੇ ਤੇ ਸਿਆਣੇ ਕਹਿੰਦੇ ਵੀ ਕੰਨ ਖੋਂਡ ਕੇ ਗੱਲ ਸੁਣ। ਕੰਨ ਖੋਲ੍ਹਣ ਦਾ ਅਰਥ ਕੀ, ਕੰਨ ਤੇ ਖੁੱਲ੍ਹੇ ਨੇ। ਇਹਦਾ ਅਰਥ ਹੁੰਦਾ ਧਿਆਨ ਨਾਲ ਗੱਲ ਸੁਣ। ਪਾਓ ਕਿ ਕਰਚੀ ਨੇ ਵਰਤਾਣਾ ਹੈ, ਰਸਨਾ ਨੇ ਨਾਮ ਵਰਤਾਣਾ ਹੈ। ਕੰਨਾਂ ਦੇ ਰਾਹੀਂ ਉਹ ਨਾਮ ਅੰਦਰ ਜਾਣਾ ਹੈ। ਕੰਨ ਉਹ ਕਟੋਰੀ ਹੈ ਜਿਹਦੇ ਵਿੱਚ ਪਾ ਕੇ ਸਿੱਖ ਨੇ ਉਸ ਦਾ ਰਸ ਲੈਣਾ, ਆਨੰਦ ਮਾਣਨਾ। ਪਰ ਯਾਦ ਰੱਖਣਾ, ਅਸੀਂ ਕਈ ਵਾਰੀ ਦੇਖਦੇ ਹਾਂ ਕਿ ਅਸੀਂ ਰਸਨਾ ਨਾਲ ਤਾਂ ਗਾ ਰਹੇ ਹੁੰਦੇ ਹਾਂ, ਪਰ ਜੋ ਗਾ ਰਹੇ ਹਾਂ ਉਹ ਸੁਣਦੇ ਨਹੀਂ। ਇੱਕ ਸੌਖੀ ਹੋਰ ਗੱਲ ਕਰਾਂ। ਤੁਸੀਂ ਕਦੀ ਦੇਖਦੇ ਹੋ ਕਿ ਕਿਸੇ ਨੂੰ ਕੋਈ ਵੱਡਾ ਪਦ ਮਿਲਦਾ ਨਾ, ਅਤੇ ਉੱਥੇ ਸਹੁੰ ਚੁਕਾਈ ਹੁੰਦੀ ਹੈ, ਅਤੇ ਉੱਥੇ ਉਹ ਲਿਖਤੀ ਜਿਹੜਾ ਇੱਕ ਫਰਰਾ ਪੜ੍ਹਾਇਆ ਜਾਂਦਾ ਹੈ। ਇੱਕ ਪਾਸੇ ਜਿਹੜਾ ਰਾਜਪਾਲ ਆਦਿ ਹੁੰਦਾ ਉਹ ਬੋਲਦਾ, ਜਿਹੜਾ ਕਸਮ ਚੁਕਾ ਰਿਹਾ ਹੁੰਦਾ, ਦੂਜੇ ਪਾਸੇ ਪਿੱਛੇ ਪਿੱਛੇ ਉਹ ਬੋਲਦਾ। ਰਾਜਪਾਲ ਵੀ ਬੋਲ ਸਕਦਾ ਹੈ, ਪਰ ਉਸਦੇ ਕੋਲੋਂ ਕਿਉਂ ਬੁਲਾਇਆ ਜਾ ਰਿਹਾ ਹੈ? ਇਸ ਕਰਕੇ ਬੁਲਾਇਆ ਜਾ ਰਿਹਾ ਹੈ ਕਿ ਤੂੰ ਇਹ ਗੱਲ ਆਪਣੀ ਰਸਨਾ ਤੋਂ ਕਹਿ ਰਿਹਾ ਹੈ, ਇਹ ਤੇਰੇ ਜੀਵਨ ਦੀ ਪ੍ਰੈਕਟਿਸ ਹੈ। ਸ਼ਬਦ ਜਿਹੜਾ ਗੁਰੂ ਕਾ ਹੈ, ਪਿੱਛੇ ਪਿੱਛੇ ਕਿਉਂ ਬੋਲਣਾ ਹੈ? ਬਾਣੀ ਕਿਉਂ ਪੜ੍ਹਨੀ ਅਸੀਂ ਰੋਜ਼? ਇਸ ਕਰਕੇ ਕਰਨੀ ਹੈ ਕਿਉਂਕਿ ਸਿੱਖ ਵਾਸਤੇ, ਸਿੱਖ ਹੀ ਕਮਾਉਣ ਲਈ ਗੁਰੂ ਕਾ ਇੱਕ ਇੱਕ ਸ਼ਬਦ ਕਸਮ ਖਾਣ ਦੀ ਨਿਆਈ ਹੈ ਕਿ ਮੈਂ ਪੂਰਨ ਭਰੋਸੇ ਨਾਲ ਇਸ ਵਿਚਾਰਧਾਰਾ ਦਾ ਧਾਰਨੀ ਹਾਂ ਔਰ ਪਹਿਰਾ ਦੇਣ ਵਾਸਤੇ ਤਿਆਰ ਹਾਂ। ਇਹ ਗੱਲ ਵੱਖਰੀ ਹੈ ਕਿ ਸਿੱਖ ਉਸ ਵਿਚਾਰਧਾਰਾ ਤੋਂ ਮੁਨਕਰ ਹੋਵੇ। ਕਦੀ ਸਿੱਖ ਸੀ ਜਿਹੜਾ ਕਹਿੰਦੇ ਸੀ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਅੱਖਰ ਦੇ ਉੱਤੇ ਮੈਂ ਪਹਿਰਾ ਦੇਣ ਵਾਸਤੇ ਤਿਆਰ ਹਾਂ ਕਿਉਂਕਿ ਮੈਂ ਗੁਰੂ ਸਾਹਿਬ ਦਾ ਸਿੱਖ ਹਾਂ। ਕਦੀ ਇਸ ਦਿੱਲੀ ਦੇ ਅੰਦਰ ਹੀ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਦੋਂ ਇੱਕ ਨੌਜਵਾਨ ਬੱਚਾ ਫੜਿਆ ਗਿਆ, ਮਾਂ ਨੇ ਫਰਕ ਸਿਰ ਨੂੰ ਕਿਹਾ ਵੀ ਮੇਰਾ ਬੱਚਾ ਸਿੱਖ ਨਹੀਂ, ਗਲਤੀ ਨਾਲ ਫੜਿਆ ਗਿਆ। ਕਿਉਂਕਿ ਉਸ ਵੇਲੇ ਇਸਦਾ ਅਰਥ ਸੀ ਭਾਵੇਂ ਸਿੱਖ ਸਨ, ਭਾਵੇਂ ਹਿੰਦੂ ਵੀਰ ਹੁੰਦੇ ਸਨ, ਸਾਰੇ ਕੇਸਾਧਾਰੀ ਹੁੰਦੇ ਸਨ, ਸਭ ਨੇ ਕੇਸ ਰੱਖੇ ਹੁੰਦੇ ਸਨ, ਸਿਰ 'ਤੇ ਉਸਦੇ ਕੇਸ ਸਨ, ਨੌਜਵਾਨੀ ਸੀ, ਦਾੜਾ ਅਜੇ ਆਇਆ ਨਹੀਂ ਸੀ। ਅਤੇ ਮਾਂ ਮਮਤਾ ਦੇ ਵਿੱਚ ਗਲਤਾਨ ਹੋ ਕੇ, ਕਿਉਂਕਿ ਮਾਂ ਦੇ ਅੰਦਰ ਬੱਚਿਆਂ ਦੇ ਪ੍ਰਤੀ ਬੜੀ ਮਮਤਾ ਹੁੰਦੀ ਹੈ, ਮੇਰਾ ਬੱਚਾ, ਉਸ ਮਮਤਾ ਦੇ ਵਿੱਚ ਉਹਨੇ ਲਿਖਾ ਲਿਆ ਕਿ ਮੇਰਾ ਪੁੱਤ ਸਿੱਖ ਨਹੀਂ ਹੈ, ਗਲਤੀ ਨਾਲ ਫੜਿਆ ਗਿਆ। ਉਹ ਵੀ ਬੜਾ ਖੁਸ਼ ਹੋਇਆ ਵੀ ਜਿਹੜਾ ਕੰਮ ਹੋਰ ਪਹਿਲੇ ਬਾਦਸ਼ਾਹ ਨਾ ਕਰ ਸਕੇ, ਜਾਗੀਰ ਬਾਦਸ਼ਾਹ ਨਾ ਕਰ ਸਕਿਆ, ਔਰੰਗਜ਼ੇਬ ਬਾਦਸ਼ਾਹ ਨਾ ਕਰ ਸਕਿਆ, ਅੱਜ ਉਹ ਕੰਮ ਵੀ ਕੋਈ ਇੱਕ ਬੰਦਾ ਤਾਂ ਤਿਆਰ ਹੋਇਆ ਜਿਹੜਾ ਇਹ ਕਹਿਣ ਨੂੰ ਤਿਆਰ ਹੈ ਵੀ ਮੈਂ ਸਿੱਖ ਨਹੀਂ ਹਾਂ। ਔਰ ਉਸਨੂੰ ਕੀ ਪਤਾ ਸੀ ਕਿ ਜਦੋਂ ਮਾਂ ਉਹ ਚਿੱਠੀ ਲੈ ਕੇ ਜਲਾਦ ਕੋਲ ਪਹੁੰਚੀ, ਜਿਸ ਜਲਾਦ ਨੇ ਹਰ ਰੋਜ਼ 100 ਸਿੱਖਾਂ ਨੂੰ ਕਤਲ ਕਰਨਾ ਹੁੰਦਾ ਸੀ, ਆਵਾਜ਼ ਮਾਰੀ ਗਈ ਕਿ ਫਲਾਣੇ ਨਾਮ ਦਾ ਸਿੱਖ, ਉਹ ਸਿੱਖ ਨਹੀਂ ਹੈ, ਗਲਤੀ ਨਾਲ ਫੜਿਆ ਗਿਆ। ਉਹਦੀ ਮਾਂ ਆਈ ਹੈ ਅਤੇ ਉਸਨੂੰ, ਉਸਦੀ ਮਾਂ ਨੂੰ ਉਹ ਬੱਚਾ ਜਿਹੜਾ ਉਹ ਵਾਪਸ ਕਰ ਦਿੱਤਾ ਜਾਏ। ਸਿਪਾਹੀ ਉਸ ਬੱਚੇ ਨੂੰ ਲੈ ਕੇ ਆਉਂਦੇ ਨੇ ਅਤੇ ਉਸ ਨੂੰ ਗੱਲ ਦੱਸੀ ਜਾਂਦੀ ਹੈ ਵੀ ਤੇਰੀ ਮਾਂ ਕਹਿੰਦੀ ਹੈ ਵੀ ਤੂੰ ਸਿੱਖ ਨਹੀਂ ਹੈ, ਗਲਤੀ ਨਾਲ ਫੜਿਆ ਗਿਆ, ਇਸ ਕਰਕੇ ਅਸੀਂ ਤੈਨੂੰ ਛੱਡ ਰਹੇ ਹਾਂ, ਬਰੀ ਕਰ ਰਹੇ ਹਾਂ। ਉੱਥੇ ਉੱਚੀ ਕਹਿੰਦਾ ਮੇਰੀ ਮਾਂ ਝੂਠ ਬੋਲਦੀ ਹੈ, ਮੈਂ ਪੱਕਾ ਗੁਰੂ ਕਾ ਸਿੱਖ ਹਾਂ। ਇਹਨੂੰ ਕਹਿੰਦੇ ਨੇ ਜਿਹੜੇ ਰਸਨਾ ਨਾਲ ਨਾਮ ਜਪਦੇ ਨੇ ਨਾ, ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਅਤੇ ਰਾਰਾ ਰੰਗੋ ਇਆ ਮਨ ਆਪਣਾ, ਉਹ ਆਪਣੇ ਮਨ ਨੂੰ ਇਸ ਤਰ੍ਹਾਂ ਰੰਗ ਲੈਂਦੇ ਨੇ, ਸਿੱਖੀ ਦੇ ਅੰਦਰ ਸੱਚ ਦੇ ਵਿੱਚ ਇਤਨਾ ਆਪਣੇ ਆਪ ਨੂੰ ਰੰਗ ਲੈਂਦੇ ਨੇ ਕਿ ਉਹਨਾਂ ਨੂੰ ਮੌਤ ਦਾ ਪ੍ਰਵਾਨ ਹੈ, ਪਰ ਉਹਨਾਂ ਨੂੰ ਧਰਮ ਛੱਡਣਾ ਪ੍ਰਵਾਨ ਨਹੀਂ।
ਮਹਾਰਾਜ ਕਹਿੰਦੇ ਇੱਦਾਂ ਸਿੱਖਾ ਆਪਣੇ ਆਪ ਨੂੰ ਰੰਗ, ਰਾ ਰਾ ਰੰਗੋ ਜਾਂ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ। ਫਿਰ ਕੀ ਹੋਏਗਾ ਮਹਾਰਾਜ ਕਹਿੰਦੇ ਰੇ ਰੇ ਦਰ ਗੈ ਕਹਿ ਨਾ ਕੋ। ਮਹਾਰਾਜ ਕਹਿੰਦੇ ਫਿਰ ਕੀ, ਪ੍ਰਭੂ ਦੀ ਹਜ਼ੂਰੀ ਵਿੱਚ ਤੈਨੂੰ ਕੋਈ ਨਰਾਦਰੀ ਦੇ ਬੋਲ ਨਹੀਂ ਬੋਲੇਗਾ, ਸਗੋਂ ਚੰਗਾ ਆਦਰ ਮਿਲੇਗਾ। ਆਓ ਬੈਠ ਆਦਰ ਸ਼ੁਭ ਦੇਊ, ਇਹਨੂੰ ਸਭ ਨਹੀਂ ਬੋਲਣਾ, ਸ਼ੁਭ ਪਾਓ ਕਿ ਆਓ ਬੈਠ ਆਦਰ ਸ਼ੁਭ ਦੇਊ, ਚੰਗਾ ਆਦਰ ਮਿਲੇਗਾ। ਕਹਿਣਗੇ ਆਓ ਬੈਠੋ ਜੀ, ਕੋਈ ਰੇ ਰੇ ਦਰਗਾਹ ਨਹੀਂ ਕਰੇਗਾ। ਗੁਸਤਾਖੀ ਮਾਫ਼ ਕਰਨਾ, ਸਾਨੂੰ ਤਾਂ ਗੁਰਦੁਆਰੇ ਆ ਕੇ ਅੱਧਿਆਂ ਨੂੰ ਬੋਲਣਾ ਨਹੀਂ ਆਉਂਦਾ। ਮਨ ਨੂੰ ਮਾਫ਼ ਕਰ ਦੇਣਾ, ਕਈ ਸੰਗਤ ਵਿੱਚੋਂ ਆਉਂਦੇ ਨੇ, ਕਹਿੰਦੇ ਨੇ ਉਹ ਪਾਠੀ ਸੁਣੀ, ਉਹ ਭਾਈ ਸੁਣੀ, ਉਹਨਾਂ ਨੂੰ ਇਹ ਨਹੀਂ ਪਤਾ ਵੀ ਭਾਈ ਸਾਹਿਬ ਨੂੰ ਕਿੱਦਾਂ ਬੋਲਣਾ। ਗੁਰੂ ਘਰ ਦਾ ਗ੍ਰੰਥੀ ਹੈ, ਇੱਕ ਪਾਸੇ ਕਹਿੰਦੇ ਗੁਰੂ ਸਾਹਿਬ ਦਾ ਵਜ਼ੀਰ ਹੈ, ਦੂਜੇ ਪਾਸੇ ਉਹ ਪਾਠੀ ਗੱਲ ਸੁਣੀ, ਉਹ ਭਾਈ ਗੱਲ ਸੁਣੀ। ਉਹ ਜਦੋਂ ਤੁਹਾਨੂੰ ਇੱਥੇ ਨਹੀਂ ਬੋਲਣਾ ਆਇਆ, ਜਿਹਨੂੰ ਗੁਰੂ ਘਰ ਨਹੀਂ ਬੋਲਣਾ ਆਇਆ, ਤੁਸੀਂ ਆਪਣੇ ਘਰ ਕਿਵੇਂ ਬੋਲਦੇ ਹੋਵੋਗੇ? ਤੁਹਾਡੇ ਬੱਚੇ ਕਿਵੇਂ ਸਹਿਣ ਕਰ ਜਾਂਦੇ ਹੋਣਗੇ? ਫਿਰ ਕਹਿੰਦੇ ਸਾਡੇ ਬੱਚੇ ਸੁਣਦੇ ਨਹੀਂ। ਵੀ ਜੇ ਤੁਸੀਂ ਐਡੇ ਬਾਗ ਬੋਲਦੇ ਹੋ, ਤੁਹਾਨੂੰ ਆਪਣੇ ਮੁਖੋਂ ਬੋਲਣ ਦੇ ਬਾਗ ਹੀ ਨਹੀਂ ਪਤਾ ਲੱਗੇ, ਜ਼ਿੰਦਗੀ ਸਾਰੀ ਉਮਰ ਤੁਸੀਂ ਗਵਾ ਲਈ ਆਪਣੀ, ਬਿਰਧ ਅਵਸਥਾ ਵਿੱਚ ਆ ਗਏ। ਪਰ ਹੱਦ ਦੀ ਗੱਲ, ਹੈਰਾਨੀ ਦੀ ਗੱਲ ਹੈ ਕਿ ਸਾਨੂੰ ਸ਼ੁਭ ਬੋਲ ਬੋਲਣੇ ਨਹੀਂ ਆਏ। ਇੱਕ ਪਾਸੇ ਗੁਰਬਾਣੀ ਸਤਿਕਾਰ ਕਰਦੀ ਹੈ, ਕੋਈ ਜਨ ਹਰਸੋਂ ਦੇਵੈ ਜੋਰ, ਚਰਨ ਗਹੂੰ ਬਕੋ ਸਭ ਰਸਨਾ, ਦੀਜੈ ਪ੍ਰਾਣ ਅਕੋਰ। ਮੇਰੇ ਸਾਧੂ ਕਹਿੰਦੇ ਕੋਈ ਮੈਨੂੰ ਰੱਬ ਨਾਲ ਜੋੜ ਦੇਵੇ ਨਾ, ਚਰਨ ਗਹੂੰ ਚਰਨ ਫੜ ਲਵਾਂ, ਬਕੋ ਸ਼ੁਭ ਰਸਨਾ, ਰਸਨਾ ਤੋਂ ਉਹਦੇ ਧੰਨਵਾਦ ਦੇ ਬੋਲ ਬੋਲਾਂ, ਅਤੇ ਦੀਜੈ ਪ੍ਰਾਣ ਅਕੋਰ, ਆਪਣੇ ਪ੍ਰਾਣ ਵੀ ਉਸ ਦੇ ਅੱਗੇ ਭੇਟਾ ਕਰਦੇ ਹਾਂ। ਅਕੋਰ ਕਹਿੰਦੇ ਨੇ ਭੇਟਾ ਕਰਨ ਨੂੰ, ਮੈਂ ਪ੍ਰਾਣ ਭੇਟਾ ਕਰਦੇ ਹਾਂ। ਇੱਕ ਮਾਈ ਕੱਲ੍ਹ ਪਰਸੋਂ ਪ੍ਰੋਗਰਾਮ ਸੀ, ਉਹ ਆਈ। ਕਈ ਵਾਰੀ ਬੜਾ ਚੰਗਾ ਵੀ ਲੱਗਦਾ ਵੀ ਮਹਾਰਾਜ ਨੇ ਜਿਸ ਪਾਸੇ ਲਾਇਆ, ਬੜੀ ਕਿਰਪਾ ਹੈ ਸਤਿਗੁਰ ਤੇਰੀ। ਉਹ USA ਤੋਂ ਆਈ ਸੀ ਫੰਕਸ਼ਨ ਦੇ ਵਿੱਚ ਅਟੈਂਡ ਕਰਨ ਵਾਸਤੇ, ਅਤੇ ਉਹਨੇ ਮੈਨੂੰ ਬਾਹਰ ਖੜ੍ਹ ਕੇ ਸਮਾਪਤੀ ਦੀਵਾਨ ਦੀ ਹੋਈ, ਅਰਦਾਸ ਕੀਤੀ, ਕਥਾ ਕੀਤੀ ਕੁਛ ਮਿੰਟ, ਅਤੇ ਬਾਹਰ ਮੈਨੂੰ ਮਿਲੀ ਅਤੇ ਮੈਨੂੰ ਕਹਿੰਦੀ ਹੈ ਬੇਟਾ ਮੈਨੂੰ ਨਾ ਅੱਜ ਜੋ ਤੁਸੀਂ ਸੁਣਾਇਆ ਨਾ, ਇੱਥੇ ਦਿਲ ਨੂੰ ਸਿੱਧਾ ਵੱਜਿਆ ਜਾ ਕੇ। ਫਿਰ ਮੈਨੂੰ ਪਤਾ ਕੀ ਕਹਿੰਦੀ, ਬੈਂਡ ਵਾਲਿਆਂ ਦੀ ਸਾਰੇ ਤਾਰੀਫ ਕਰਦੇ, ਲੰਗਰ ਕੋਈ ਬਣਾਉਣ ਵਾਲਾ ਸਾਰੇ ਕਹਿੰਦੇ ਬਹੁਤ ਵਧੀਆ ਲੰਗਰ ਬਣਿਆ, ਪਰ ਗੁਰੂ ਕੇ ਗ੍ਰੰਥੀ ਦੀ ਕਹਿੰਦੇ ਕੋਈ ਤਾਰੀਫ ਤੇ ਕਦਰ ਨਹੀਂ ਕਰਦਾ ਵੀ ਤੂੰ ਕਥਾ ਬਹੁਤ ਵਧੀਆ ਸੁਣਾਈ ਹੈ। ਪਰ ਅੱਜ ਜੋ ਤੁਸੀਂ ਬੋਲਿਆ ਕਹਿੰਦੇ ਮੇਰੇ ਅੰਦਰ ਨੂੰ ਘਰ ਕਰ ਗਿਆ, ਰੋਣ ਲੱਗ ਪਈ ਕਿ ਤੁਸੀਂ 4 ਬੋਲ ਬੋਲੇ। ਪਰ ਮੈਂ ਸੱਚੀ ਕਹਿ ਰਹੀ ਹਾਂ, USA ਤੋਂ ਆਈਆਂ ਵੀ ਤੁਹਾਡਾ ਇੱਕ ਇੱਕ ਬੋਲ ਮੇਰੇ ਅੰਦਰ ਨੂੰ ਇਤਨਾ ਖੇੜਾ ਦੇ ਗਿਆ ਕਿ ਮੇਰੇ ਕੋਲੋਂ ਰਿਹਾ ਨਾ ਗਿਆ। ਮੈਂ ਆਖਿਆ ਤਾਰੀਫ ਤੇ ਨਹੀਂ ਗੁਰੂ ਕੇ ਵਜ਼ੀਰ ਦੀ, ਪਰ ਮੈਂ ਇਹ ਜ਼ਰੂਰ ਆਖਾਂਗੀ ਕਿ ਮਹਾਰਾਜ ਦੀ ਬੜੀ ਤੁਹਾਡੇ ਉੱਤੇ ਕਿਰਪਾ ਹੈ। ਸਾਨੂੰ ਵੀ ਚੰਗਾ ਲੱਗਦਾ ਹੈ ਵੀ ਜਦੋਂ ਬਾਕੀ ਸਭ ਦੀ ਤਾਰੀਫ ਹੋ ਜਾਂਦੀ ਹੈ, ਪਰ ਗੁਰੂ ਘਰ ਰਹਿਣ ਵਾਲਿਆਂ ਦੀ ਤਾਰੀਫ ਕੋਈ ਵੱਲਾ ਹੀ ਕਰਦਾ ਹੈ। ਸਾਨੂੰ ਤਾਰੀਫ ਦੀ ਬੇਸ਼ੱਕ ਭੁੱਖ ਨਹੀਂ ਹੈ, ਪਰ ਬੱਚੇ ਹਾਂ ਤੁਹਾਡੇ, ਜਦੋਂ ਕੋਈ ਕਹਿੰਦਾ ਬੇਟਾ ਤੂੰ ਬਹੁਤ ਸੋਹਣਾ ਇਹ ਕੀਤਾ, ਅਤੇ ਸਾਨੂੰ ਵੀ ਚੰਗਾ ਲੱਗਦਾ ਵੀ ਹਾਂ ਕੋਈ ਹੈ ਸਾਡਾ ਵੀ ਸਤਿਕਾਰ ਕਰਨ ਵਾਲਾ, ਕੋਈ ਹੈ ਜੋ ਸਾਨੂੰ ਵੀ ਆਦਰ ਦਿੰਦਾ ਹੈ। ਕਿਸੇ ਦੇ ਮਨ 'ਚ ਆਇਆ ਹੈ, ਦੇਖੋ ਨਾ, ਨੱਚਣ ਵਾਲਾ ਨੂੰ ਕਹਿਣਗੇ ਬੜਾ ਵਧੀਆ ਨੱਚਿਆ, ਨਚਾਉਣ ਵਾਲਾ ਨੂੰ ਕਹਿਣਗੇ ਬਹੁਤ ਵਧੀਆ ਨਚਾਇਆ ਤੁਸੀਂ, ਘੋੜੀ ਵਾਲੇ ਨੂੰ ਕਹਿਣਗੇ ਘੋੜੀ ਬਹੁਤ ਸੋਹਣੀ ਸਜਾਈ, ਕਹਿੰਦੇ ਸਾਰਿਆਂ ਨੂੰ ਕਹਿਣਗੇ। ਪਰ ਲੋਕ ਜਿਸ ਨੇ ਕਹਿੰਦੇ ਸੱਚ ਦਾ ਗਿਆਨ ਦੇਣਾ, ਉਹ ਮਾਤਾ ਕਹਿੰਦੀ ਉਸ ਦੀ ਕੋਈ ਇਹ ਗੱਲ ਨਹੀਂ ਕਹਿੰਦਾ। ਜੇ ਹਾਂ ਚੰਗੀ ਕਰੇ ਫਿਰ ਤਾਂ ਕਹਿ ਦੇਣੀ ਚਾਹੀਦੀ, ਕੋਈ ਗੱਲ ਚੰਗੀ ਲੱਗ ਜਾਏ ਕਹਿਣ ਨੂੰ ਕੀ ਹਰਜ ਹੈ, ਉਹਦਾ ਵੀ ਮਨੋਬਲ ਵੱਧਦਾ ਹੈ, ਉਹਦੇ ਅੰਦਰ ਵੀ ਇਹ ਤਾਂਘ ਪੈਦਾ ਹੁੰਦੀ ਮੈਂ ਹੋਰ ਮਿਹਨਤ ਕਰਾਂ, ਹੋਰ ਕਿਤਾਬਾਂ ਪੜ੍ਹਾਂ, ਹੋਰ ਵਧੀਆ ਗਿਆਨ ਲੋਕਾਂ ਤੱਕ ਪਹੁੰਚਾਵਾਂ। ਪਿਆਰ ਵਾਲਿਓ, ਮੇਰੇ ਸਤਿਗੁਰ ਕਹਿੰਦੇ ਜੇ ਕੋਈ ਰੱਬ ਨਾਲ ਜੋੜ ਦੇਵੇ, ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੇ ਤਾਈ, ਕਿਰਪਾ ਕਰਨ ਤਾਂ ਸਤਿਗੁਰ ਮਿਲਣਾ ਹਰ ਹਰ ਨਾਮ ਤਿਹਾਈ। ਅਤੇ ਕਈਆਂ ਨੂੰ ਤਾਂ ਇੱਥੇ ਗੁਰਦੁਆਰੇ ਵਿੱਚ ਆ ਕੇ ਬੋਲਣੇ ਨਹੀਂ ਆਉਂਦੇ, ਪਰ ਇੱਕ ਕਮਾਈ ਜੇ ਆਪਾਂ ਕਰ ਲਈ ਨਾ ਸਾਰਿਆਂ ਨੇ, ਵਾਹਿਗੁਰੂ ਦੇ ਨਾਮ ਦੀ ਰਸਨਾ ਨਾਲ ਨਾਮ ਜਪ ਲਿਆ, ਅਤੇ ਮਹਾਰਾਜ ਕਹਿੰਦੇ ਨੇ ਇੱਥੇ ਹੀ ਨਹੀਂ, ਤੇਰੀ ਜੈ ਜੈਕਾਰ ਪਰਮਾਤਮਾ ਦੇ ਘਰ ਵਿੱਚ ਵੀ ਹੁੰਦੀ ਹੈ। ਸਤਿਗੁਰੂ ਜੀ ਆਖਦੇ ਨੇ ਮਾਨਸ ਕਿਆ ਵਿਚਾਰਾ ਤੇ ਲੋਕ ਸੁਣਾਏ ਦੀ, ਮਨੁੱਖ ਲੋਕ ਨਹੀਂ, ਤਿੰਨੇ ਲੋਕਾਂ ਵਿੱਚ ਸਾਡੀ ਜੈ ਜੈਕਾਰ ਹੋਣੀ ਹੈ ਜੇ ਰਸਨਾ ਨਾਲ ਨਾਮ ਜਪ ਲਿਆ। ਰੇ ਰੇ ਦਰਗਹਿ ਕਹਿ ਨਾ ਕਹੂ, ਮਹਾਰਾਜ ਕਹਿੰਦੇ ਉੱਥੇ ਪਰਮਾਤਮਾ ਦੀ ਹਜ਼ੂਰੀ ਦੇ ਅੰਦਰ ਕੋਈ ਰੇ ਰੇ ਨਹੀਂ ਆਖੇਗਾ, ਭਾਵ ਕਿ ਅਨਾਦਰੀ ਦੇ ਬੋਲ ਨਹੀਂ ਬੋਲੇਗਾ। ਕੋਈ ਧਰਮ ਰਾਜਾ ਕੋਈ ਇਹ ਨਹੀਂ ਕਹਿ ਸਕੇਗਾ ਆ ਲੇਖਾ ਦੇ
ਕਹਿੰਦੇ ਉੱਥੇ ਕੋਈ ਤੇਰਾ ਲੇਖਾ ਜੋਖਾ ਨਹੀਂ ਹੋਣਾ, ਕੋਈ ਅਨਾਦਰੀ ਦੇ ਬੋਲ ਨਹੀਂ ਬੋਲੇ ਜਾਣੇ, ਉੱਥੇ ਸਗੋਂ ਚੰਗਾ ਆਦਰ ਮਿਲੇਗਾ। ਸਾਰੇ ਕਹਿਣਗੇ ਆਓ ਬੈਠੋ। ਕਦੋਂ? ਜਦੋਂ ਮਾਲਕ ਕਹਿੰਦੇ ਤੂੰ ਰਸਨਾ ਨਾਲ ਨਾਮ ਜਪ ਕੇ ਜਾਏਗਾ, ਇਹ ਮਨ ਤੇਰਾ ਪਰਮਾਤਮਾ ਦੇ ਨਾਮ 'ਚ ਰੰਗਿਆ ਜਾਏਗਾ, ਵਾਹਿਗੁਰੂ ਦੇ ਘਰ ਵਿੱਚ ਆਦਰ ਮਿਲੇਗਾ। ਫਿਰ ਕਹਿਣਗੇ ਊਆਂ ਮਹਿਲੀ ਪਾਵੇਂ ਤੂੰ ਵੈਸਾ, ਆਦਰ ਹੀ ਨਹੀਂ ਮਿਲੇਗਾ। ਉਹ ਮਹਿਲ ਵੀ ਰੱਬ ਤੈਨੂੰ ਦੇ ਦੇਗਾ ਵੀ ਤੂੰ ਇਸ ਮਹਿਲ ਦਾ ਹੱਕਦਾਰ ਹੈ, ਤੂੰ ਇਸ ਮਹਿਲ ਦਾ ਹੱਕਦਾਰ ਹੈ। ਤੂੰ ਪਰਮੇਸ਼ਰ ਕਹੇਗਾ ਤੂੰ ਮੇਰੇ ਚਰਨਾਂ ਵਿੱਚ ਰਹਿਣ ਦਾ ਹੱਕਦਾਰ ਹੈ। ਮੈਂ ਕਹਿੰਦਾ ਉਸ ਮਹਿਲ ਦੇ ਅੰਦਰ ਤੈਨੂੰ ਰਹਿਣ ਦਾ ਅਧਿਕਾਰ ਮਿਲ ਜਾਏਗਾ। ਜਨਮ ਮਰਨ ਨ ਹੋਏ ਵਿਨਾਸ਼ਾ, ਫਿਰ ਤੇਰਾ ਜਨਮ ਮਰਨ ਕੱਟਿਆ ਜਾਏਗਾ, ਤੇਰਾ ਕਦੀ ਵਿਨਾਸ਼ ਨਹੀਂ ਹੋਏਗਾ। ਮਸਤਕ ਕਰਮ ਲਿਖਿਓ ਤੁਰ ਜਾ ਕੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਰੋ ਹੀ ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਦੀ ਮਿਹਰ ਦਾ ਲੇਖ ਲਿਖਿਆ ਹੋਇਆ ਉਗੜ ਗਿਆ। ਮੈਂ ਇੱਕ ਬੇਨਤੀ ਕਰਾਂ, ਰੱਬ ਨੇ ਸਭ ਦੇ ਮੱਥੇ ਉੱਤੇ ਲੇਖ ਲਿਖ ਕੇ ਭੇਜਿਆ, ਪਰ ਸੰਸਾਰ ਦੀ ਗਰਦਿਸ਼ ਵਿੱਚ ਅਸੀਂ ਮਾਇਆ ਦੇ ਪ੍ਰਭਾਵ ਵਿੱਚ ਉਹ ਲਿਖਿਆ ਹੋਇਆ ਲੇਖ ਕਦੀ ਉਗੜਦਾ ਹੀ ਨਹੀਂ, ਕਿਉਂਕਿ ਐਸੇ ਮਾਇਕ ਕੰਮਾਂ ਵਿੱਚ ਲੱਗ ਜਾਂਦੇ ਆ ਕਿ ਉਹ ਮਾੜੇ ਲੇਖ ਬੰਦੇ ਚਲੇ ਜਾਂਦੇ ਨੇ ਅਤੇ ਮਾੜੇ ਲੇਖਾਂ ਦਾ, ਮਾੜੇ ਕਰਮਾਂ ਦਾ ਮਾੜਾ ਹੀ ਫਲ ਮਿਲਦਾ ਹੈ। ਲੇਖ ਸਾਰਿਆਂ ਦਾ ਲਿਖਿਆ ਹੋਇਆ, ਕਿਉਂਕਿ ਸਤਿਗੁਰ ਸਦਾ ਦਿਆਲ ਹੈ ਭਾਈ, ਬਿਨ ਭਾਗਾਂ ਕਿਆ ਪਾਈਐ, ਏਕ ਨਦਰ ਕਰ ਵੇਖੈ ਸਭ ਉੱਪਰ, ਜਿਹਾ ਭਾਉ ਤਿਹਾ ਫਲ ਪਾਈਐ। ਅਸੀਂ ਉਹਨਾਂ ਪ੍ਰੇਮ ਨਹੀਂ ਕੀਤਾ, ਗੱਲ ਤਾਂ ਸਾਡੇ ਵਿੱਚ ਕਮੀ ਰਹਿ ਗਈ ਨਾ, ਵੀ ਮੈਂ ਪ੍ਰੇਮ ਕਰਦਾ ਜਾਂਦਾ ਅਤੇ ਤੁਰ ਤੋਂ ਲਿਖਿਆ ਹੋਇਆ ਲੇਖ ਇੱਕ ਦਿਨ ਉਗੜ ਪੈਣਾ ਸੀ। ਵਾਹਿਗੁਰੂ ਨੇ ਸਾਨੂੰ ਗਲਵੱਕੜੀ ਵਿੱਚ ਲੈ ਲੈਣਾ ਸੀ। ਫਿਰ ਲਾਸਟ ਪੰਕਤੀ ਵਿੱਚ ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਮਸਤਕ ਕਰਮ ਲਿਖਿਓ ਤੁਰ ਜਾ ਕੇ, ਹਰ ਸੰਪੈ ਨਾਨਕ ਕਰਤਾ ਕੈ। ਤੁਰੋਂ ਜਿਸ ਮਨੁੱਖ ਦੇ ਮੱਥੇ ਉੱਤੇ ਪ੍ਰਭੂ ਦੀ ਮਿਹਰ ਦਾ ਲੇਖ ਜਿਹੜਾ ਲਿਖਿਆ ਹੋਇਆ ਸੀ ਨਾ, ਉਹ ਉਗੜ ਪਿਆ। ਵੈਸੇ ਰੱਬ ਨੇ ਸਾਰਿਆਂ ਦੇ ਮਨੁੱਖਾ ਜੀਵਨ ਦਿੱਤਾ ਇਸ ਵਾਸਤੇ ਵੀ ਤੂੰ ਮੇਰੇ ਨਾਲ ਮਿਲੇ, ਲੇਖ ਲਿਖਿਆ ਸਾਰੀ ਜੂਨਾਂ ਵਿੱਚੋਂ ਸ੍ਰੇਸ਼ਟ ਜੀਵਨ ਹੈ, ਔਰ ਸਾਰਿਆਂ ਨੂੰ ਰੱਬ ਚਾਹੁੰਦਾ ਹੈ ਕਿ ਸਾਰੇ ਮੇਰੇ ਨਾਲ ਮਿਲਣ। ਪਰ ਵਿਚਕਾਰ ਗੁਰੂ ਸਾਹਿਬ ਨੇ ਇੱਕ ਐਸੀ ਖੇਡ ਬਣਾ ਦਿੱਤੀ ਕਿ ਮਾਇਆ ਵਿਚਕਾਰ ਖੜੀ ਕਰ ਦਿੱਤੀ। ਜਿਹੜਾ ਇਸ ਨੂੰ ਗੁਰੂ ਕੋਲ ਆ ਕੇ ਮਾਇਆ ਦੀ ਗੱਲ ਨੂੰ ਸਮਝੇਗਾ, ਉਸ ਮਾਇਆ ਰੂਪੀ ਸਮੁੰਦਰ ਤੋਂ ਪਾਰ ਹੋਵੇਗਾ, ਉਹ ਪਰਮੇਸ਼ਰ 'ਚ ਮਿਲ ਜਾਏਗਾ। ਸਮਝਣਾ ਪੈਣਾ ਇੱਕ ਢੰਗ ਤਰੀਕਾ ਵੀ ਗੁਰੂ ਕੋਲ ਆਉਣਾ ਪੈਣਾ ਸਾਨੂੰ। ਫਿਰ ਪਿਛਲੇ ਜਿਹੜੇ ਕਰਮ ਨੇ ਨਾ, ਜਿਹੜੇ ਭਾਗ ਲਿਖੇ ਹੋਏ ਨੇ, ਉਹ ਫਿਰ ਉਗੜ ਕੇ ਸਾਹਮਣੇ ਆ ਜਾਣਗੇ। ਇਸ ਨੂੰ ਕਹਿੰਦੇ ਨੇ ਕਿ ਜਿੱਦ ਕਰਨੀ, ਇਹਨੂੰ ਕਹਿੰਦੇ ਨੇ ਦ੍ਰਿੜ ਸੰਕਲਪ ਕਰਨਾ। ਜਿਵੇਂ ਕੋਈ ਗੁਰਬਾਣੀ ਦਾ ਬਚਨ ਆਉਂਦਾ ਸਤਿਗੁਰੂ ਜੀ ਦਾ, ਕਿ ਜਦੋਂ ਕੋਈ ਦ੍ਰਿੜ ਸੰਕਲਪ ਕਰ ਲੈਂਦਾ ਹੈ ਅਤੇ ਉਹ ਫਿਰ ਪਰਮਾਤਮਾ ਦੇ ਨੇੜੇ ਹੋ ਜਾਂਦਾ ਹੈ। ਜਿਹਨੂੰ ਮਾਲਕ ਕਹਿੰਦੇ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ, ਸਤਿਗੁਰ ਨੇ ਨਾਮ ਰੂਪੀ ਖਜ਼ਾਨਾ ਦ੍ਰਿੜ ਕਰਾ ਦਿੱਤਾ। ਚਿੰਤਾ ਸਗਲ ਵਿਨਾਸ਼ੀ, ਕਰ ਕਿਰਪਾ ਆਪਣੋ ਕਰ ਲੀਨਾ, ਮਨ ਵਸਿਆ ਅਵਿਨਾਸ਼ੀ। ਜੋ ਗੁਰੂ ਦ੍ਰਿੜ ਕਰਾਉਂਦਾ ਹੈ, ਯਾਦ ਰੱਖਣਾ, ਜੇ ਅਸੀਂ ਮਨੋਂ ਦ੍ਰਿੜ ਕਰ ਲਵਾਂਗੇ, ਪੱਕਾ ਕਰ ਲਾਂਗੇ ਮੈਂ ਇਹ ਕੰਮ ਕਰਨਾ ਜੋ ਗੁਰੂ ਨੇ ਆਖਿਆ। ਮੈਂ ਇੱਕ ਬੇਨਤੀ ਕਰਾਂ, ਪਰਮਾਤਮਾ ਦੀ ਮਿਹਰ ਨੂੰ ਕੋਈ ਨਹੀਂ ਮੇੜ ਸਕਦਾ। ਉਸ ਦੀ ਮਿਹਰ ਨੂੰ ਕੌਣ ਮੇੜ ਸਕਦਾ ਹੈ? ਆਪਾਂ ਰੋਜ਼ ਪੜ੍ਹਦੇ ਹਾਂ, ਜੋ ਤੇਰਾ ਰੰਗ ਰਾਤੇ ਸੁਆਮੀ, ਤਿਨ ਕਾ ਜਨਮ ਮਰਨ ਦੁਖ ਨਾਸਾ, ਤੇਰੀ ਬਖਸ਼ ਨਾ ਮਿਟੇ ਕੋਈ, ਸਤਿਗੁਰ ਕਾ ਦਿਲਾਸਾ, ਨਾਮ ਧਿਆਇਨ ਸੁਖ ਫਲ ਪਾਇਨ, ਆਠ ਪੈਰ ਆਰਾਧੈ, ਤੇਰੀ ਸਰਨ ਤੇਰੇ ਪਰਵਾਸੈ, ਪੰਚ ਦੁਸ਼ਟ ਲੈ ਸਾਧਨ। ਜਿਹੜੇ ਸਾਧ ਲੈਂਦੇ ਨੇ, ਯਾਦ ਰੱਖਣਾ, ਉਹ ਵਾਹਿਗੁਰੂ ਵਿੱਚ ਲੀਨ ਹੋ ਜਾਂਦੇ ਨੇ। ਇਹ ਹਰ ਸੰਪੈ ਨਾਨਕ ਕਰ ਜਾ ਕੇ, ਹੇ ਨਾਨਕ, ਉਹਨਾਂ ਦੇ ਹਿਰਦੇ ਘਰ ਵਿੱਚ ਇਹ ਨਾਮ ਧਨ ਇਕੱਠਾ ਹੁੰਦਾ। ਇਹ ਸੰਪਤੀ ਉਹਨਾਂ ਦੇ ਹਿਰਦੇ ਵਿੱਚ ਆ ਜਾਂਦੀ ਹੈ, ਜਿਹੜੀ ਸੰਪਤੀ ਦੁਨੀਆ ਦਾ ਸਾਰਾ ਧਨ ਦੇ ਕੇ ਵੀ ਨਹੀਂ ਮਿਲਦੀ। ਇੱਕ ਵਾਰ ਉਚਾਰਨ ਕਰੋ, ਸਤਨਾਮ। ਇਹ ਨਾਮ ਹੀ ਐਸਾ ਹੈ, ਤੁਸੀਂ ਸਾਰਾ ਧਨ ਦਿਓ ਨਾ ਤਾਂ ਵੀ ਨਹੀਂ ਮਿਲਣਾ। ਕਬੀਰ ਸਾਹਿਬ ਨੇ ਐਲਾਨ ਕਰ ਦਿੱਤਾ, ਕੰਚਨ ਸਿਓ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸੋਨਾ ਦੇ ਕੇ ਨਹੀਂ ਮਿਲਣਾ, ਇੱਥੇ ਤਾਂ ਮਨ ਦੇਣਾ ਪੈਣਾ। ਕੋਈ ਆਖੇ ਮੇਰੇ ਕੋਲ ਬੜਾ ਸੋਨਾ ਪਿਆ ਅਤੇ ਮੈਂ ਸੋਨਾ ਦੇ ਕੇ ਨਾਮ ਲੈ ਲੈਂਦਾ, ਨਾਮ ਖਰੀਦਿਆ ਨਹੀਂ ਜਾ ਸਕਦਾ। ਨਾਮ ਤਾਂ ਉਹਦੇ ਤਰਸ ਵਿੱਚੋਂ ਮਿਲਦਾ ਹੈ, ਨਾਮ ਤਾਂ ਉਹਦੀ ਬਖਸ਼ਿਸ਼ ਨਾਲ ਮਿਲਦਾ ਹੈ। ਇਹ ਇੱਕ ਐਸੀ ਚੀਜ਼ ਹੈ, ਇੱਕ ਐਸੀ ਸੰਪਤੀ ਹੈ ਦੁਨੀਆ ਵਿੱਚ ਨਾਮ ਰੂਪੀ, ਜਿਹੜੀ ਕਿ ਨਾ ਤਾਂ ਸਾਡੀ ਜਾਤ ਕਰਕੇ ਖਰੀਦੀ ਜਾ ਸਕਦੀ ਹੈ। ਜੇ ਇਸ ਤਰ੍ਹਾਂ ਮਿਲਦੀ ਹੁੰਦੀ, ਸ੍ਰੀ ਚੰਦ ਕੋਲ ਹੁੰਦੀ, ਲਕਸ਼ਮੀ ਦਾਸ ਕੋਲ ਹੁੰਦੀ, ਦਾਤੂ ਅਤੇ ਦਾਸੂ ਕੋਲ ਹੁੰਦੀ, ਮੋਹਨ ਅਤੇ ਮੋਹਰੀ ਕੋਲ ਹੁੰਦੀ, ਪਰ ਮਾਫ਼ ਕਰਨਾ, ਇਹ ਸੰਪਤੀ ਉਹਨਾਂ ਕੋਲ ਨਾ ਆਈ, ਕਿਉਂਕਿ ਇਹ ਖਰੀਦੀ ਨਹੀਂ ਜਾ ਸਕਦੀ।
ਉਹ ਨਾ ਹੀ ਦਿੱਤੀ ਜਾ ਸਕਦੀ, ਨਾ ਹੀ ਤਾਂ ਬਖਸ਼ਿਸ਼ ਨਾਲ ਮਿਲਦੀ ਹੈ। ਇਹ ਨਹੀਂ ਵੀ ਜੇ ਬਾਪੂ ਕੋਲ ਹੈ ਤੇ ਪੁੱਤਰ ਨੂੰ ਮਿਲ ਜਾਏਗੀ। ਹਾਂ, ਬਾਪੂ ਦਾ ਕਮਾਇਆ ਧਨ ਪੁੱਤਰ ਨੂੰ ਮਿਲ ਜਾਏਗਾ, ਦਾਦੇ ਦਾ ਕਮਾਇਆ ਧਨ ਪੋਤਰੇ ਨੂੰ ਮਿਲ ਜਾਏਗਾ, ਪਰ ਨਾਮ ਧਨ ਖੁਦ ਕਮਾਉਣਾ ਪੈਂਦਾ ਹੈ। ਸਾਰਿਆਂ ਨੂੰ ਆਪਣੇ ਵਾਸਤੇ ਕਮਾਉਣਾ ਪੈਂਦਾ, ਇਹ ਦੂਜੇ ਦਾ ਕਮਾਇਆ ਮਿਲਦਾ ਕੋਈ ਨਹੀਂ। ਇਹ ਗੁਰੂ ਸਾਹਿਬ ਦਾ ਸਾਰਾ ਇਤਿਹਾਸ ਸਾਨੂੰ ਇਹ ਦੱਸਦਾ ਵੀ ਇਹ ਦੂਜੇ ਦਾ ਕਮਾਇਆ ਨਹੀਂ ਮਿਲਦਾ। ਇਹ ਤਾਂ ਜਿਹੜਾ ਆਪ ਖੁਦ ਕਮਾਏਗਾ ਉਹਨੂੰ ਇਹ ਸੰਪਤੀ ਜਿਹੜੀ ਹੈ ਪ੍ਰਾਪਤ ਹੋਏਗੀ। ਮਹਾਰਾਜ ਕਹਿੰਦੇ ਉਸ ਘਰ ਦੇ ਅੰਦਰ ਇਹ ਸੰਪਤੀ ਆ ਜਾਂਦੀ ਹੈ, ਇਹ ਧਨ ਆ ਜਾਂਦਾ ਹੈ। ਅਤੇ ਯਾਦ ਰੱਖਣਾ, ਜੇ ਨਾਮ ਰੂਪੀ ਧਨ ਹਿਰਦੇ ਵਿੱਚ ਆ ਗਿਆ ਨਾ, ਅਤੇ ਮਨ ਦੇ ਵਿਚਾਰ, ਮਨ ਦੇ ਕਰਮ, ਮਨ ਦੇ ਖਿਆਲ ਕਦੋਂ ਛੁੱਟ ਜਾਣਗੇ ਸਾਨੂੰ ਆਪ ਨੂੰ ਨਹੀਂ ਪਤਾ ਲੱਗਣਾ। ਇਹ ਸੰਪਤੀ ਅੰਦਰ ਜਾਣ ਦੀ ਲੋੜ ਹੈ, ਇਹ ਨਾਮ ਧਨ ਅੰਦਰ ਟਿਕਣ ਦੀ ਲੋੜ ਹੈ। ਫਿਰ ਇਹ ਧਨ ਆਉਂਦੇ ਹੀ ਸਾਰ ਜਿਹੜੀ ਅੰਦਰ ਦੀ ਗਰੀਬੀ ਹੈ ਨਾ, ਪਤਾ ਗੁਰਬਾਣੀ ਗਰੀਬੀ ਕਿਹਨੂੰ ਆਉਂਦੀ ਹੈ? ਮਾੜੇ ਖਿਆਲਾਂ ਨੂੰ, ਮਾੜੀਆਂ ਆਦਤਾਂ ਨੂੰ, ਮਾੜੇ ਕਰਮਾਂ ਨੂੰ। ਗੁਰਬਾਣੀ ਅਮੀਰੀ ਕਿਹਨੂੰ ਕਹਿੰਦੀ ਹੈ? ਸ਼ੁਭ ਵਿਚਾਰ, ਸ਼ੁਭ ਕਰਮ, ਸ਼ੁਭ ਆਚਾਰ ਅਤੇ ਚੰਗਾ ਪਿਆਰ। ਉਹਨੂੰ ਮਹਾਰਾਜ ਕਹਿੰਦੇ ਤੇਰੇ ਕੋਲ ਨਾਮ ਧਨ ਹੈ। ਆਚਾਰ, ਵਿਚਾਰ ਅਤੇ ਪਿਆਰ। ਜੇ ਉੱਚਾ ਆਚਰਨ ਹੈ ਤੂੰ ਬੜਾ ਧਨੀ ਹੈ, ਜੇ ਉੱਚੀ ਵਿਚਾਰ ਹੈ ਤੂੰ ਬੜਾ ਧਨਵਾਨ ਹੈ, ਜੇ ਤੇਰਾ ਸਭ ਨਾਲ ਪਿਆਰ ਹੈ ਅਤੇ ਤੇਰੇ ਵਰਗਾ ਦੁਨੀਆ 'ਚ ਕੋਈ ਅਮੀਰ ਨਹੀਂ ਹੈ। ਇਸ ਕਰਕੇ ਆਪਣੇ ਵੱਲੋਂ ਸਾਰਿਆਂ ਨੂੰ ਪਿਆਰ ਕਰੋ, ਆਪਣੇ ਵੱਲੋਂ ਯਤਨ ਕਰੋ ਕਿ ਉੱਚਾ ਆਚਰਨ ਬਣਾਓ, ਆਪਣੇ ਵੱਲੋਂ ਉੱਚੀ ਵਿਚਾਰ ਰੱਖੋ, ਫਿਰ ਸਾਡਾ ਸਾਰਿਆਂ ਦਾ ਜੀਵਨ ਸਫਲਾ ਹੋ ਸਕੇਗਾ। ਕਹਿ ਸਕਾਂਗੇ ਕਿ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰਿ ਭਉ ਆਪੇ ਮਿਲੇ। ਆਓ ਪਿਆਰ ਨਾਲ ਪਾਠ ਕਰਕੇ ਗੁਰੂ ਸਾਹਿਬ ਦੀ ਅਸੀਸ ਪ੍ਰਾਪਤ ਕਰੀਏ ਜੀ। ਸ਼ਲੋਕ। ਟੂਟੇ ਬੰਧਨ ਜਾਸ ਕੇ ਹੋਆ ਸਾਧੂ ਸੰਗ, ਜੋ ਰਾਤੇ ਰੰਗ ਏਕ ਕੈ, ਨਾਨਕ ਗੂੜਾ ਰੰਗ। ਪੌੜੀ। ਰਾਰਾ ਰੰਗੋ ਇਆ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ। ਰੇ ਰੇ ਦਰਗਹ ਕਹਿ ਨ ਕੋ, ਆਓ ਬੈਠ ਆਦਰ ਸੁਭ ਦੇਉ। ਉਹਾਂ ਮਹਿਲੀ ਪਾਵੇਂ ਤੂੰ ਵਾਸਾ, ਜਨਮ ਮਰਨ ਨ ਹੋਏ ਵਿਨਾਸਾ। ਮਸਤਕ ਕਰਮ ਲਿਖਿਓ ਤੁਰ ਜਾ ਕੇ, ਹਰ ਸੰਪੈ ਨਾਨਕ ਕਰ ਤਾਕੈ। ਮਸਤਕ ਕਰਮ ਲਿਖਿਓ ਤੁਰ ਜਾ ਕੇ, ਹਰ ਸੰਪੈ ਨਾਨਕ ਕਰ ਤਾਕੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।